1925 ਚ ਨਾਗਪੁਰ ਚ ਆਰਐਸਐਸ ਬਣੀ ਸੀ। 14 ਅਕਤੂਬਰ 1956 ਨੂੰ ਨਾਗਪੁਰ ਚ ਹੀ ਡਾਕਟਰ ਅੰਬੇਦਕਰ ਨੇ ਬੁੱਧ ਧਰਮ ਅਪਣਾਇਆ ਸੀ। ਮਾਲਵੇਲਾ ਨੂੰ ਨਹੀਂ ਪਤਾ ਹੋਣਾ ਕਿ ਪੰਜਾਬ ਚ ਬਹੁਤ ਸਾਰੇ ਲੋਕ ਬੋਧੀ ਨੇ, ਬੁੱਧ ਧਰਮ ਨਾਲ ਸੰਬੰਧ ਰੱਖਦੇ ਨੇ। ਡਾਕਟਰ ਅੰਬੇਦਕਰ ਜਿਹੜੀਆਂ ਗੱਲਾਂ ਕਹਿ ਰਹੇ ਨੇ ਇੰਨੇ ਸਾਲ ਪਹਿਲਾਂ, ਇਹਦੀ ਸਸਪੈਂਸ਼ਨ ਉਵੇਂ ਤਾਂ ਦਿਖਦੀ ਨਹੀਂ, ਇਹਦਾ ਫਲਾਅ ਉਸ ਤਰ੍ਹਾਂ ਦਾ ਤਾਂ ਨਹੀਂ ਹੈਗਾ। ਤੁਹਾਨੂੰ ਉੜਤਾ ਪੰਜਾਬ ਦੁਆਬੇ 'ਚ ਨਹੀਂ ਲੱਭੇਗਾ। ਦਲਤਾਂ 'ਚੋਂ ਸੀਐਮ ਬਣ ਗਿਆ, ਕੀ ਕੋਈ ਫਰਕ ਪਿਆ? ਕੋਈ ਦਲਤਾਂ ਦੀ ਗੱਲ ਹੋਈ? ਐਕਸੀਡੈਂਟਲ ਆਪਾਂ ਕਹਿ ਸਕਦੇ ਆ, ਐਕਸੀਡੈਂਟਲ ਦੇ ਉੱਤੇ ਜਨਰਲ ਸੀਐਮ ਹੈ, ਕਹਿ ਨਹੀਂ ਕਰ ਨਹੀਂ ਸਕਦੇ ਆਪਾਂ ਇੰਨਾ। ਰਾਜੇ ਮਹਾਰਾਜਿਆਂ ਤਾਈਂ ਰਾਜ ਖਤਮ ਕਰ ਦਿੱਤੇ ਹੁੰਦੇ ਇੱਕ ਕਲਮ ਦੇ ਜ਼ੋਰ ਤੇ। ਤੁਸੀਂ ਪਿਆਰ ਕਰ ਸਕਦੇ ਹੋ ਅੰਬੇਡਕਰ ਨੂੰ, ਤੁਸੀਂ ਨਫ਼ਰਤ ਕਰ ਸਕਦੇ ਹੋ ਅੰਬੇਡਕਰ ਨੂੰ, ਤੁਸੀਂ ਇਗਨੋਰ ਨਹੀਂ ਕਰ ਸਕਦੇ ਇੰਡੀਅਨ ਸੋਸਾਇਟੀ 'ਚ ਖਾਸ ਕਰਕੇ। ਪਰਿਵਾਰ ਬੁੱਧੀ ਹੈ ਸਾਰਾ, ਚਾਚੇ ਤਾਏ ਭੈਣ ਭਰਾ। ਇਹ ਆ ਉਹ ਬੰਦਾ ਜਿਹੜਾ ਸਟੈਂਪਾਂ ਲਾਉਂਦਾ ਆ, ਉਹ ਪੇਪਰ ਨੂੰ ਭੇਜਦਾ ਆ, ਨਾਗਪੁਰ ਤੱਕ ਜਾਂਦਾ ਪੇਪਰ। ਪੰਜਾਬੀਆਂ ਨੂੰ ਮੈਂ ਸਮਝਾ ਦਿੰਦਾ ਕਿ ਦੁਆਬੇ ਦੀ ਧਰਤੀ ਐ ਖੜਕੂਆਂ ਦੀ ਕਿਵੇਂ ਆ, ਦਲਿਤ ਖੜਕਦੇ ਨੇ ਇੱਥੇ, ਹੈ ਨਾ, ਚਿਮਟੇ ਖੜਕਾ ਦਿੰਦੇ ਨੇ ਇਹ। ਆਸਤਿਕ ਹੋ ਨਾਸਤਿਕ? ਤੁਸੀਂ ਕਹਿ ਸਕਦੇ ਆ, ਨਾਸਤਿਕ ਕਹਿ ਸਕਦੇ ਕਿ ਮੈਂ ਨਾਨਕ ਵੰਸ਼ੀ ਆ। ਮੈਂ ਤਾਂ ਇਹ ਕਹਿੰਦਾ ਤੁਹਾਡੀਆਂ ਸਿਆਣਪਾਂ ਨਹੀਂ ਨਾਲ ਚੱਲਦੀਆਂ, ਜੇ ਕਿਤੇ ਉੱਪਰ ਲੈਵਲ ਆ। ਸਿਆਣਪ ਨਹੀਂ ਚੱਲਦੀ ਹੈ ਮੇਰੀ ਤਾਂ ਨਹੀਂ ਚੱਲੀ ਅੱਜ ਤੱਕ। ਜੇ ਚੱਲਦੀ ਹੁੰਦੀ ਤਾਂ ਮੈਂ ਯਾਦਵਿੰਦਰ ਕਰਫਿਊ ਹੋਣਾ ਸੀ। 1925 ਚ ਆਰਐਸਐਸ ਬਣਦੀ ਹੈ। ਆਰਐਸਐਸ ਦੀ ਐਕਸਪੈਂਸ਼ਨ ਦੇਸ਼ 'ਚ ਕਿਸ ਤਰੀਕੇ ਨਾਲ ਹੋਈ ਹੈ? ਕੀ ਅੰਬੇਦਕਰ ਮਿਸ਼ਨ ਦੀ, ਬੁੱਧ ਦੀ, ਡਾਕਟਰ ਦੇ ਅਪਣਾਉਣ ਤੋਂ ਬਾਅਦ ਧਰਮ ਹੋਇਆ ਹੈ? ਸਰ ਬਿਲਕੁਲ ਹੋਇਆ ਆ। ਤਸੱਲੀ ਦੇਣ ਲਈ ਤਾਂ ਨਹੀਂ ਕਹਿ ਰਹੇ ਇਹ, ਕਿਉਂਕਿ ਹਰ ਵਿਚਾਰਧਾਰਾ ਦੇ ਬੰਦੇ ਨੂੰ ਹੁੰਦਾ ਵੀ ਨਹੀਂ ਬਈ ਸਾਡੀ ਤਾਂ ਵੱਧ ਰਹੀ ਹੈ। ਉਹ ਤਾਂ ਐਸੇ ਵਿਦਵਾਨ ਜਿਹੜੇ ਆਪਣੇ ਆਪ ਨੂੰ ਭੰਨਦੇ ਸੀਗੇ, ਆਪਣੇ ਥੌਟ ਨੂੰ ਭੰਨ ਦਿੰਦੇ ਸੀਗੇ। ਚੰਨੀ ਦਾ ਸੀਐਮ ਬਣਨਾ ਤੁਸੀਂ ਕਿਵੇਂ ਦੇਖਦੇ ਹੋਗੇ? ਉਹ ਕੋਈ ਹੈ ਰਿਫਲੈਕਸ਼ਨ ਹੈ ਇਹਨਾਂ ਸਾਰੀਆਂ ਗੱਲਾਂ ਦੀ? ਲੋਕਾਂ ਨੇ ਪ੍ਰਾਈਡ ਫੀਲ ਕੀਤਾ, ਲੋਕਾਂ ਨੂੰ ਲੱਗਾ ਕਿ ਹਾਂ ਯਾਰ ਕੁਛ ਨਵਾਂ ਹੋਇਆ ਹੈ, ਔਰ ਸਾਡੇ ਲਈ ਹੋਇਆ, ਸਾਡੇ ਚੋਂ ਹੋਇਆ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। 1925 ਚ ਨਾਗਪੁਰ ਚ ਆਰਐਸਐਸ ਬਣੀ ਸੀ। 14 ਅਕਤੂਬਰ 1956 ਨੂੰ ਨਾਗਪੁਰ ਚ ਹੀ ਡਾਕਟਰ ਅੰਬੇਦਕਰ ਨੇ ਬੁੱਧ ਧਰਮ ਅਪਣਾਇਆ ਸੀ ਤੇ ਆਪਣੇ ਚਾਹਣ ਵਾਲਿਆਂ ਨੂੰ ਕਿਹਾ ਸੀ ਬੁੱਧ ਧਰਮ ਅਪਣਾਓ। ਅੰਬੇਦਕਰ ਦੇ ਜ਼ਰੀਏ ਪੂਰੇ ਦੇਸ਼ 'ਚ ਬੁੱਧ ਧਰਮ ਫੈਲਿਆ। ਡਾਕਟਰ ਅੰਬੇਦਕਰ ਪੰਜਾਬ 'ਚ ਆਏ, ਦੁਆਬੇ 'ਚ ਵੀ ਵੱਡੇ ਪੱਧਰ ਤੇ ਬੁੱਧ ਧਰਮ ਫੈਲਿਆ। ਮਾਲਵੇਲਾ ਨੂੰ ਨਹੀਂ ਪਤਾ ਹੋਣਾ ਕਿ ਪੰਜਾਬ 'ਚ ਬਹੁਤ ਸਾਰੇ ਲੋਕ ਬੋਧੀ ਨੇ, ਬੁੱਧ ਧਰਮ ਨਾਲ ਸੰਬੰਧ ਰੱਖਦੇ ਨੇ। ਅਸੀਂ ਜਲੰਧਰ 'ਚ 25 ਦੇ ਕਰੀਬ ਬੁੱਧ ਵਿਹਾਰ ਨੇ ਤੇ ਹੋਰ ਬੁੱਧ ਵਿਹਾਰ ਵੀ ਖੁੱਲ ਰਹੇ ਨੇ, ਹੋਰ ਸਿੱਖਿਆ ਫੈਲ ਰਹੀ ਹੈ। ਅਸੀਂ ਬੂਟਾ ਮੰਡੀ ਦੇ ਇਲਾਕੇ 'ਚ ਹਾਂ ਜਿੱਥੇ ਬੁੱਧ ਵਿਹਾਰ ਹੈ, ਜਿੱਥੇ ਲਗਾਤਾਰ ਲੋਕ ਆਉਂਦੇ ਨੇ, ਸਿੱਖਿਆਵਾਂ ਲੈਂਦੇ ਨੇ ਡਾਕਟਰ ਅੰਬੇਦਕਰ ਦਾ। ਤੁਹਾਨੂੰ ਉਹ ਪ੍ਰਤਿੱਗਿਆਵਾਂ ਵੀ ਦਿਖਾਉਂਦੇ ਆ। 22 ਪ੍ਰਤਿੱਗਿਆਵਾਂ ਡਾਕਟਰ ਅੰਬੇਦਕਰ ਨੇ ਆਪਣੇ ਚਾਹਣ ਵਾਲਿਆਂ ਨੂੰ ਕਰਾਈਆਂ ਸੀ। ਸਾਡੇ ਨਾਲ ਬੋਧੀ ਨੇ ਜਿਹੜੇ ਖੜੇ ਨੇ, ਬੋਧੀ ਨੇ, ਕਾਲੀ ਨੂੰ ਛੱਡ ਕੇ ਬਾਕੀ ਸਾਰੇ ਬੋਧੀ ਨੇ ਜਿਨ੍ਹਾਂ ਨੇ ਬੁੱਧ ਧਰਮ ਅਪਣਾਇਆ ਹੋਇਆ। ਡਾਕਟਰ ਅੰਬੇਦਕਰ ਦੀਆਂ ਸਿੱਖਿਆਵਾਂ ਤੇ ਚੱਲਦੇ ਨੇ। ਤੇ ਕਿਉਂ ਬੋਧੀ ਬਣੇ ਇਹ? ਕਿਉਂਕਿ ਡਾਕਟਰ ਅੰਬੇਦਕਰ ਨੇ ਇਹ ਵੀ ਕਿਹਾ ਸੀ ਮੈਂ ਜੰਮਿਆ ਹਿੰਦੂ ਆ, ਇਹ ਮੇਰਾ ਡਿਸੀਜ਼ਨ ਨਹੀਂ ਸੀ, ਇਹ ਮੇਰਾ ਫੈਸਲਾ ਨਹੀਂ ਸੀ, ਪਰ ਮੈਂ ਮਰਾਂਗਾ ਹਿੰਦੂ ਨਹੀਂ। ਜਿਸ ਕਰਕੇ ਹੀ ਉਹਨਾਂ ਨੇ ਬੁੱਧ ਧਰਮ ਅਪਣਾਇਆ ਸੀ। ਇਹ 22 ਪ੍ਰਤਿੱਗਿਆਵਾਂ ਮੈਂ ਜ਼ਰੂਰ ਕਹੂੰਗਾ ਬਲਜਿੰਦਰ ਨੂੰ ਕਿ ਉਹ ਇਹਨਾਂ ਦੇ ਉੱਤੇ ਫੋਕਸ ਕਰਨਗੇ। ਪਹਿਲੀ, ਮੈਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਨੂੰ ਕਦੇ ਈਸ਼ਵਰ ਨਹੀਂ ਮੰਨਦਾ ਤੇ ਨਾ ਹੀ ਉਹਨਾਂ ਦੀ ਪੂਜਾ ਕਰਾਂਗਾ। ਇਹ ਡਾਕਟਰ ਅੰਬੇਦਕਰ ਦਾ ਔਨ ਰਿਕਾਰਡ ਆ, ਤੁਸੀਂ ਕੱਢ ਸਕਦੇ ਹੋ ਕਿਤੋਂ ਵੀ। ਜੋ ਉਹਨਾਂ ਦੇ ਡਾਕੂਮੈਂਟੇਸ਼ਨ ਆ, ਜੋ ਉਹਨਾਂ ਦੇ ਦਸਤਾਵੇਜ਼ ਨੇ, ਉਹਨਾਂ ਦੇ ਅੰਦਰ ਹੈ ਸਾਰਾ ਕੁਝ।
ਮੈਂ ਰਾਮ ਤੇ ਕ੍ਰਿਸ਼ਨ ਨੂੰ ਈਸ਼ਵਰ ਨਹੀਂ ਮੰਨਾਂਗਾ, ਉਹਨਾਂ ਦੀ ਪੂਜਾ ਕਦੇ ਨਹੀਂ ਕਰਾਂਗਾ। ਮੈਂ ਗੌਰੀ ਗਣਪਤੀ ਆਦਿ ਹਿੰਦੂ ਧਰਮ ਦੇ ਕਿਸੇ ਵੀ ਦੇਵੀ ਦੇਵਤਿਆਂ ਨੂੰ ਨਹੀਂ ਮੰਨਾਂਗਾ ਤੇ ਨਾ ਹੀ ਉਹਨਾਂ ਦੀ ਪੂਜਾ ਕਰਾਂਗੇ। ਜਿਵੇਂ ਸਿੱਖ ਧਰਮ ਦੇ ਅੰਦਰ ਵੀ ਜਿਹੜੀ ਮੂਰਤੀ ਪੂਜਾ ਉਹਦੀ ਨਹੀਂ ਕੀਤੀ ਜਾਂਦੀ, ਮੂਰਤੀ ਪੂਜਾ ਗੁਰੂ ਸਾਹਿਬ ਨੇ ਵੀ ਕਿਹਾ ਕਿ ਮੂਰਤੀ ਪੂਜਾ ਨਹੀਂ ਕਰਾਂਗੇ। ਇਹਦੇ 'ਚ ਵੀ ਇਹ ਸਾਰਾ ਜ਼ਿਕਰ ਆ, ਈਸ਼ਵਰ ਨੇ ਅਵਤਾਰ ਲਿਆ, ਇਸ ਤੇ ਮੇਰਾ ਵਿਸ਼ਵਾਸ ਨਹੀਂ ਹੈ। ਬੁੱਧ ਨੇ ਨਾ ਕਿਹਾ ਸੀ ਪਰਮਾਤਮਾ ਹੈ, ਨਾ ਕਿਹਾ ਸੀ ਨਹੀਂ ਹੈ, ਪਰ ਅੰਬੇਦਕਰ ਕਹਿ ਰਹੇ ਨੇ ਈਸ਼ਵਰ ਨੇ ਅਵਤਾਰ ਲਿਆ, ਇਸ ਤੇ ਮੇਰਾ ਵਿਸ਼ਵਾਸ ਨਹੀਂ ਹੈ। ਮੈਂ ਅਜਿਹਾ ਕਦੇ ਨਹੀਂ ਮੰਨਦਾ ਕਿ ਭਗਵਾਨ ਬੁੱਧ ਵਿਸ਼ਨੂੰ ਅਤੇ ਅਵਤਾਰ ਹਨ। ਅਜਿਹੇ ਪ੍ਰਚਾਰ ਨੂੰ ਮੈਂ ਪਾਗਲਪਨ ਤੇ ਝੂਠਾ ਪ੍ਰਚਾਰ ਮੰਨਦਾ। ਯਾਨੀ ਬੁੱਧ ਦੇ ਬਾਰੇ ਜਿਹੜਾ ਬੁੱਧ ਨੂੰ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ, ਬੁੱਧ ਬਾਰੇ ਕਿ ਬੁੱਧ ਨੂੰ ਵੀ ਉਸੇ ਤਰ੍ਹਾਂ ਧਰਮਾਂ ਦੇ ਖਾਕੇ 'ਚ ਰੱਖਿਆ ਗਿਆ। ਮੈਂ ਸ਼ਰਧਾ ਕਦੇ ਨਹੀਂ ਕਰਾਂ ਤੇ ਨਾ ਹੀ ਪਿੰਡਦਾਨ ਕਰਾਂਗਾ। ਮੈਂ ਬੁੱਧ ਧਰਮ ਦੇ ਵਿਰੁੱਧ ਕਦੇ ਵੀ ਕੋਈ ਗੱਲ ਨਹੀਂ ਕਰਾਂਗਾ। ਮੈਂ ਕੋਈ ਵੀ ਕਿਰਿਆ ਕਰਮ ਬ੍ਰਾਹਮਣਾਂ ਦੇ ਹੱਥੋਂ ਨਹੀਂ ਕਰਾਵਾਂਗਾ। ਮੈਂ ਇਸ ਸਿਧਾਂਤ ਨੂੰ ਮੰਨਾਂਗਾ ਕਿ ਸਾਰੇ ਮਨੁੱਖ ਇੱਕ ਹਨ। ਮੈਂ ਸਮਾਨਤਾ ਦੀ ਸਥਾਪਨਾ ਦਾ ਯਤਨ ਕਰਾਂਗਾ। ਮੈਂ ਭਗਵਾਨ ਬੁੱਧ ਦੇ ਅਸ਼ਟਾਂਗ ਮਾਰਗ ਦੀ ਪੂਰੀ ਪਾਲਣਾ ਕਰਾਂਗਾ। ਮੈਂ ਭਗਵਾਨ ਬੁੱਧ ਦੇ ਦੱਸੇ ਹੋਏ 10 ਪ੍ਰਤਿਮਾਵਾਂ ਦਾ ਪੂਰਾ ਪਾਲਣ ਕਰਾਂਗਾ। ਮੈਂ ਪ੍ਰਾਣੀ ਮਾਤਰ ਤੇ ਦਇਆ ਰੱਖਾਂਗਾ, ਉਹਨਾਂ ਦਾ ਲਾਲਣ ਪਾਲਣ ਕਰਾਂਗਾ। ਮੈਂ ਚੋਰੀ ਨਹੀਂ ਕਰਾਂਗਾ, ਮੈਂ ਝੂਠ ਨਹੀਂ ਬੋਲਾਂਗਾ, ਮੈਂ ਵਿਭਾਚਾਰ ਨਹੀਂ ਕਰਾਂਗਾ, ਮੈਂ ਸ਼ਰਾਬ ਨਹੀਂ ਪੀਵਾਂਗਾ। ਇਹ ਵੀ ਕਿਹਾ ਹੋਇਆ ਉਹਨਾਂ ਨੇ। ਮੈਂ ਆਪਣੇ ਜੀਵਨ ਨੂੰ ਬੁੱਧ ਧਰਮ ਦੇ 3 ਤੱਤਾਂ ਅਰਥਾਤ ਗਿਆਨ, ਸ਼ੀਲ ਤੇ ਕਰੁਣਾ ਤੇ ਢਾਲਣ ਦਾ ਯਤਨ ਕਰਾਂਗਾ। ਮੈਂ ਮਨੁੱਖ ਮਾਤਰ ਦੀ ਤਰੱਕੀ ਦੀ ਹਾਨੀਕਾਰਕ ਤੇ ਮਨੁੱਖ ਨੂੰ ਉੱਚਾ ਨੀਵਾਂ ਮੰਨਣ ਵਾਲੇ ਹਿੰਦੂ ਧਰਮ ਨੂੰ ਪੂਰੀ ਤਰ੍ਹਾਂ ਤਿਆਗਦਾ ਤੇ ਬੁੱਧ ਧਰਮ ਨੂੰ ਸਵੀਕਾਰ ਕਰਦਾ ਹਾਂ। ਮੇਰਾ ਇਹ ਪੂਰਨ ਵਿਸ਼ਵਾਸ ਹੈ ਕਿ ਗੌਤਮ ਬੁੱਧ ਦਾ ਧਰਮ ਹੀ ਅਸਲ ਧਰਮ ਹੈ, ਸਹੀ ਧਰਮ ਹੈ। ਮੈਂ ਮੰਨਦਾ ਹਾਂ ਕਿ ਮੇਰਾ ਹੁਣ ਨਵਾਂ ਜਨਮ ਹੋ ਰਿਹਾ ਹੈ। ਮੈਂ ਇਹ ਪਵਿੱਤਰ ਪ੍ਰਤਿੱਗਿਆ ਕਰਦਾ ਹਾਂ ਕਿ ਅੱਜ ਤੋਂ ਮੈਂ ਬੁੱਧ ਧਰਮ ਦੇ ਅਨੁਸਾਰ ਆਚਰਣ ਕਰਾਂਗਾ। ਇਹ ਡਾਕਟਰ ਅੰਬੇਦਕਰ ਬੋਲਦੇ ਨੇ ਦੁਸਹਿਰਾ ਗਰਾਊਂਡ 'ਚ ਖੜ ਕੇ, ਨਾਗਪੁਰ ਦੇ ਉਸੇ ਨਾਗਪੁਰ 'ਚ ਜਿੱਥੇ RSS ਵੀ ਬਹੁਤ ਵੱਡੇ ਪੱਧਰ ਤੇ 100 ਸਾਲਾਂ ਤੋਂ ਦੁਸਹਿਰਾ ਮਨਾ ਰਹੀ ਹੈਗੀ ਲਗਭਗ। ਸਾਡੇ ਨਾਲ ਦੇਸਰਾਜ ਕਾਲੀ ਨੇ ਜਿਹੜੇ ਲਿਟਰੇਚਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਔਰ ਦਲਿਤ ਪੋਲੀਟਿਕਸ ਨੂੰ ਜਾਣਦੇ ਨੇ, ਦਲਿਤ ਲਿਟਰੇਚਰ ਨੂੰ ਜਾਣਦੇ ਨੇ। ਜਾਣਿਆ ਪਛਾਣਿਆ ਨਾਂ ਦੁਆਬੇ ਦਾ ਸਾਡੇ ਨਾਲ ਬਹੁਤ ਸਾਰੇ ਇਸ ਸੰਸਥਾ ਨਾਲ ਜੁੜੇ ਹੋਏ, ਇਸ ਬੁੱਧ ਵਿਹਾਰ ਨਾਲ ਜੁੜੇ ਹੋਏ, ਦਲਿਤ ਰਾਜਨੀਤੀ ਨਾਲ ਜੁੜੇ ਹੋਏ ਜਾਂ ਕਿ ਇਹ ਰਾਜਨੀਤੀ ਨਾਲ ਜੁੜੇ ਹੋਏ ਜਾਂ ਸਿੱਖਿਅਤ ਕਰਨ ਵਾਲੇ ਲੋਕਾਂ ਨੂੰ। ਉਹ ਲੋਕ ਨੇ, ਸ਼ਰਧਾਲੂ ਤਾਂ ਨਹੀਂ ਕਹਾਂਗੇ ਅਸੀਂ, ਇਹਨਾਂ ਨੂੰ ਗੁੱਸਾ ਕਰ ਜਾਣਗੇ ਕਿਉਂਕਿ ਸ਼ਰਧਾ ਵਾਲੀ ਗੱਲ ਡਾਕਟਰ ਅੰਬੇਦਕਰ ਨੇ ਕਿਹਾ ਕਿ ਮੇਰੀ ਸ਼ਰਧਾ ਵਾਲਾ ਮਸਲਾ ਕੋਈ ਨਹੀਂ ਹੈ। ਮੈਂ ਕੋਈ ਥੋੜ੍ਹਾ ਨੇੜੇ ਆ ਜਾਊ ਤਾਂ ਕਿ ਆਪਾਂ ਗੱਲ ਸ਼ੁਰੂ ਕਰੀਏ। ਕਾਲੀ ਇਹ ਸਿਲਸਿਲਾ ਕਦੋਂ ਸ਼ੁਰੂ ਹੁੰਦਾ? ਮੈਂ ਕਾਲੀ ਹੋਰਾਂ ਤੋਂ ਇਹ ਗੱਲ ਸ਼ੁਰੂ ਕਰਦਾ ਕਿਉਂਕਿ ਲਗਾਤਾਰ ਸਟੂਡੈਂਟ ਪੋਲੀਟਿਕਸ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਕਾਲੀ ਹੋਰਾਂ ਨੇ ਦੇਖੀਆਂ ਹੋਈਆਂ ਨੇ ਇੱਥੇ ਦੁਆਬੇ ਦੇ ਅੰਦਰ ਡਿਵੈਲਪ ਹੁੰਦੀਆਂ। ਟੀਨੂ ਹੋਰੀ ਮੈਨੂੰ ਲੱਗਦਾ ਉਦੋਂ ਸ਼ੁਰੂ ਕਰ ਰਹੇ ਸੀ ਰਾਜਨੀਤੀ, ਤੁਸੀਂ ਸਾਰੀ ਦੇਖ ਰਹੇ ਸੀ ਬਹੁਤ ਨੇੜਿਓਂ। ਕਦੋਂ ਸ਼ੁਰੂ ਹੁੰਦਾ ਇਹ ਕਿ ਦੁਆਬੇ ਦੇ ਅੰਦਰ ਲੋਕ ਬੋਧੀ ਹੋਣਾ ਸ਼ੁਰੂ ਕਰਦੇ ਨੇ, ਵੱਡੇ ਪੱਧਰ ਤੇ ਬੁੱਧ ਧਰਮ ਫੈਲਦਾ? ਇਹਨਾਂ ਪੰਜਾਬ ਪਹਿਲਾਂ ਬੁੱਧ ਦੀ ਧਰਤੀ ਰਿਹਾ, ਬੁੱਧਿਸਟਾਂ ਦੀ ਧਰਤੀ ਰਿਹਾ ਹੋਇਆ, ਨਿਰਗੁਣਿਆਂ ਦੀ ਧਰਤੀ ਰਿਹਾ ਹੋਇਆ। ਬਟ ਹੁਣ ਜੇ ਮੈਂ ਤਾਜ਼ਾ ਹੁਣੇ ਸਮਕਾਲ ਦੀ ਕੰਟੈਂਪਰੇਰੀ ਪੀਰੀਅਡ ਦੀ ਗੱਲ ਕਰਦਾ, ਜਿਹਨਾਂ ਨੂੰ ਆਪਾਂ ਨਿਓ ਬੌਧ ਕਹਾਂਗੇ ਆਪਾਂ, ਹੈ ਨਾ, ਨਿਓ ਬੌਧ ਜਿਹੜੇ ਨਵੇਂ ਬੌਧ ਹੋਏ ਨੇ, ਤਾਂ ਇਹ ਮੈਨੂੰ ਲੱਗਦਾ 70ਵੇਂ 75ਵੇਂ ਤੋਂ ਸ਼ੁਰੂ ਹੁੰਦਾ ਆ ਯਾਦਵਿੰਦਰ। ਪੰਜਾਬ ਦੇ ਵਿੱਚ ਵਾਹਵਾ ਲੋਕ ਜਿਹੜੇ ਨੇ, ਖਾਸ ਕਰਕੇ ਦੁਆਬੇ ਦਾ ਆਲਾ ਦੁਆਲਾ ਤਾਂ ਬਹੁਤ ਜ਼ਿਆਦਾ ਹੀ, ਫਲੌਰ ਦਾ ਏਰੀਆ, ਫਗਵਾੜੇ ਦਾ ਏਰੀਆ, ਜਲੰਧਰ ਕੈਂਟ, ਜਲੰਧਰ ਇਟਸੈਲਫ, ਇੱਧਰੋਂ ਮਕਸੂਦਾਂ ਪਰਿਓ ਕਰਤਾਰਪੁਰ, ਉੱਧਰੋਂ ਪਰੇ ਪਠਾਨਕੋਟ ਦੇ ਰਾਹ ਦੇ ਵਿੱਚੋਂ ਜਾਂਦੇ ਆ, ਪਰ ਕਾਫੀ ਨਿਓ ਬੌਧ ਜਿਹੜੇ ਨੇ ਨੌਜਵਾਨ ਬਣਨੇ ਸ਼ੁਰੂ ਹੁੰਦੇ ਆ। ਮੈਂ ਤੁਹਾਨੂੰ ਲਿਟਰੇਚਰ ਦੇ ਹਵਾਲੇ ਦੇ ਨਾਲ, ਔਰ ਇਹ ਜਿੱਥੇ ਆਪਾਂ ਖੜੇ ਆ ਨਾ, ਇਹ ਬੂਟਾ ਪਿੰਡ ਦੇ ਬੈਕ ਸਾਈਡ ਦੇ ਉੱਤੇ ਇਹ ਸਿਧਾਰਥ ਨਗਰ ਹੈ। ਹੁਣ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਪੰਜਾਬ ਦੇ ਕਿਸੇ ਨਗਰ ਦਾ ਨਾਂ ਸਿਧਾਰਥ ਨਗਰ ਹੋਣਾ ਆਪਣੇ ਆਪ ਦੇ ਵਿੱਚ ਬੜਾ ਇੱਕ ਰੈਲੇਵੈਂਟ, ਇੱਕ ਬਹੁਤ ਜ਼ਿਆਦਾ ਨਿੱਗਰ ਗੱਲ ਹੈ ਵੀ ਭਾਈ ਸਿਧਾਰਥ ਨਗਰ ਦੇ ਵਿੱਚ ਹੈ ਜਿੱਥੇ ਬੌਧ ਵਿਹਾਰ ਇਹ ਬਣਿਆ ਹੋਇਆ। ਤੁਸੀਂ ਇਹ ਦੇਖ ਸਕਦੇ, ਤੁਸੀਂ 25 ਦੀ ਗੱਲ ਨਹੀਂ ਪਤਾ ਸੀ ਦੱਸ ਦਈਏ। ਬੁੱਧ ਇੱਕ ਰਾਜਾ ਸੀ ਸਿਧਾਰਥ, ਤੇ ਸਿਧਾਰਥ ਤੋਂ ਬੁੱਧ ਹੋਣ ਦਾ ਇੱਕ ਸਫ਼ਰ ਹੈ। ਸਿਧਾਰਥ ਜਦੋਂ ਆਪਣੇ ਘਰ ਚੋਂ ਨਿਕਲ ਕੇ ਆਪਣਾ ਸਾਰਾ ਰਾਜ ਭਾਗ ਛੱਡ ਕੇ ਸਿਧਾਰਥ ਨਿਕਲ ਕੇ ਆ ਜਾਂਦਾ ਲੋਕਾਂ 'ਚ, ਤਾਂ ਉਹ ਬੁੱਧ ਹੋ ਜਾਂਦਾ। ਬਹੁਤ ਵੱਡੀ ਤਪੱਸਿਆ ਫਿਰ ਉਸ ਤੋਂ ਬਾਅਦ ਕਿਹਾ ਜਾਂਦਾ ਬੁੱਧ ਹੋ ਜਾਂਦੇ ਨੇ। ਔਰ ਬਿਹਾਰ ਦੇ ਅੰਦਰ ਇੱਕ ਵੱਡਾ ਦਰਖਤ ਆ ਜਿਹਦੇ ਬਾਰੇ ਬਹੁਤ ਸਾਰੀਆਂ ਚਰਚਾਵਾਂ ਬਿਹਾਰ ਬਾਰੇ, ਉਹ ਮਨਮੋਹਨ ਵਾਲੇ ਨਾਵਲ ਦੇ ਅੰਦਰ, ਨਿਰਵਾਣ ਦੇ ਅੰਦਰ ਵੀ ਬੜੀ ਵੱਡੀ ਲੰਬੀ ਚਰਚਾ। ਹਾਂ, ਮੈਂ 10 ਸਾਲ ਦਾ ਲਗਭਗ ਹਿਸਟਰੀ ਮਨਮੋਹਨ ਹੋਰਾਂ ਨੇ ਆਪਣੇ ਨਾਵਲ ਦੇ ਵਿੱਚ ਉਹ ਪੰਜਾਬ ਤੋਂ ਹੀ ਚੱਕਦੇ ਨੇ। ਸ਼ਾਨਦਾਰ ਨਾਵਲ ਆ, ਉਹ ਸ਼ਾਨਦਾਰ ਨਾਵਲ ਹੈ, ਉਹ ਪੰਜਾਬ ਤੋਂ ਹੀ ਚੱਕਦੇ ਨੇ ਬੁੱਧਿਜ਼ਮ ਦੇ ਫੈਲਾਓ ਦੀ। ਤੁਸੀਂ ਦੇਖੋ ਉਹਨਾਂ ਦੇ ਵਿੱਚ ਵੀ ਜਿਹੜਾ ਪੀਰੀਅਡ ਆ ਉਹ 70ਵੇਂ ਦਾ ਪੀਰੀਅਡ ਹੀ ਹੈ।
ਉਹ ਭਾਵੇਂ ਬੁੱਧ ਦੀ ਹਿਸਟਰੀ ਪੂਰੀ ਲੈਂਦੇ ਨੇ ਪਿੱਛੋਂ, ਆਨੰਦ ਦੇ ਹਵਾਲੇ ਦੇ ਨਾਲ, ਕਰੈਕਟਰਸ ਦੇ ਹਵਾਲੇ ਨਾਲ, ਬੁੱਧਿਜ਼ਮ ਦੇ ਚੜ੍ਹਤ ਦੇ ਹਵਾਲੇ ਨਾਲ, ਬੁੱਧਿਜ਼ਮ ਦੇ ਡਾਊਨਫਾਲ ਦੇ ਹਵਾਲੇ ਦੇ ਨਾਲ, ਪਰ ਉਹ ਜਦੋਂ ਕੰਟੈਂਪਰੇਰੀ ਲੈਂਦੇ ਨੇ ਤਾਂ ਉਹ ਪੰਜਾਬ ਦਾ ਕਰੈਕਟਰ 1970 75 ਦਾ ਹੀ ਲੈਂਦੇ ਨੇ। ਇੱਕ ਦੌਰ 'ਚ ਨਕਸਲਵਾੜੀ ਮੂਵਮੈਂਟ ਚੱਲ ਰਹੀ ਹੈਗੀ। ਯੈਸ, ਉਹ ਨਕਸਲਵਾੜੀ ਮੂਵਮੈਂਟ ਨੂੰ ਵੀ ਲੈਂਦੇ ਨੇ ਉਹ। ਮੈਂ ਹੁਣ ਇਹਨਾਂ ਕੋਲੇ ਆਉਣਾ, ਤੁਹਾਡੇ ਨਾਲ ਵੀ ਗੱਲ ਕਰਦਾ। ਇੱਧਰ ਨੂੰ ਆ ਜਾਓ, ਥੋੜ੍ਹਾ ਇੱਧਰ ਨੂੰ ਆ ਜਾਓ ਤਾਂ ਕਿ ਤੁਹਾਡਾ ਨਾਂ ਚੰਚਲ ਬੋਧ। ਚੰਚਲ ਬੋਧ ਹੈ ਇਹਨਾਂ ਦਾ ਨਾਂ। ਪਛਾਣਾਂ ਦੀ ਗੱਲ ਕਿੰਨੀ ਵੱਡੀ ਹੁੰਦੀ ਹੈ, ਉਹ ਵੱਖਰੀ ਗੱਲ ਆ। ਕਿਸੇ ਦੀ ਮਤਲਬ ਆਪਣੀ ਸਮਝ ਆ ਜਾਂ ਕਿਸੇ ਨੂੰ ਲੱਗਦਾ ਗਾ ਕਿ ਮੈਂ ਇਸ ਨਾਂ ਨਾਲ ਆਪਣੇ ਨੂੰ ਸਦਵਾਉਣਾ। ਕਿਉਂ ਲੱਗਦਾ ਉਸ ਚੰਚਲ ਬੋਧ ਕਿਉਂ ਆ ਚੰਚਲ ਬੋਧ? ਬਹੁਤ ਇਸ ਤਰ੍ਹਾਂ ਬਣੇ ਅਸੀਂ, ਮੰਨ ਲਓ ਸਾਨੂੰ ਪਹਿਲਾਂ ਨਹੀਂ ਪਤਾ ਸੀਗਾ ਕਿਸੇ ਚੀਜ਼ ਦਾ ਵੀ, ਮੰਨ ਲਓ ਇਤਿਹਾਸ ਬਾਰੇ ਨਾ, ਮੰਨ ਲਓ ਜਦੋਂ ਅਸੀਂ ਪੜ੍ਹਿਆ ਬਾਬਾ ਸਾਹਿਬ ਨੂੰ, ਕੁਛ ਦੇਖੇ, ਬੰਦੇ ਬੜੇ ਪਰਸਨੈਲਿਟੀ ਵਾਲੇ ਆ। ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਇਹ ਬੰਦੇ ਹੈ ਕੌਣ, ਫਿਰ ਬਾਅਦ 'ਚੋਂ ਕਦੋਂ ਸਾਨੂੰ ਜਾਣਕਾਰੀ ਮਿਲੀ, ਇਹਨਾਂ ਦੀ ਪਰਸਨੈਲਿਟੀ ਦੇਖੀ, ਬੰਦੇ ਇਹਨਾਂ ਨੂੰ ਲੋਕ ਬੜੇ ਚਾਹੁੰਦੇ ਆ, ਮੰਨ ਲਓ ਬੜੇ ਪਸੰਦ ਵੀ ਕਰਦੇ ਆ। ਹਰ ਕੋਈ ਇਹਨਾਂ ਦੀ ਜਾਣਕਾਰੀ ਕਾਫੀ ਰੱਖਣਾ ਚਾਹੁੰਦਾ, ਤਾਂ ਕਿਉਂ ਨਾ ਅਸੀਂ ਰੱਖੀਏ। ਅਸੀਂ ਵੀ ਇਹਨੂੰ ਪੜ੍ਹਨਾ ਦੇਖਿਆ, ਉਸ ਤੋਂ ਬਾਅਦ ਇਹਨਾਂ ਇਤਿਹਾਸ ਥੋੜ੍ਹਾ ਬਹੁਤਾ ਪੜ੍ਹਦੇ ਰਹੇ, ਤਾਂ ਸਾਨੂੰ ਮਨ ਨੂੰ ਇੰਨੀ ਮੰਨ ਲਓ ਸ਼ਾਂਤੀ ਜਿਹੀ ਮਿਲੀ ਨਾ, ਬਹੁਤ ਜ਼ਿਆਦਾ। ਕਿਉਂ ਇੱਕੋ ਇੱਕ ਇਹੀ ਮਸੀਹਾ ਜਾਂ ਮੰਨ ਲਓ ਉਹਨਾਂ ਵਾਸਤੇ ਹੋਇਆ, ਗਰੀਬਾਂ ਵਾਸਤੇ ਜਾਂ ਹੋਰਾਂ ਵਾਸਤੇ, ਕਹਿੰਦੇ ਇਸ ਸਮਾਜ ਵਿੱਚ ਹਰ ਚੀਜ਼ ਦੇ ਵਿੱਚ ਬਦਲਾਅ ਲੈ ਕੇ ਆਂਦਾ। ਪੂਰੇ ਇਤਿਹਾਸ ਦੇ ਵਿੱਚ ਅੱਜ ਤਾਈਂ ਕੋਈ ਇੱਦਾਂ ਦਾ ਮਹਾਰਾਜਾ ਜਾਂ ਕੋਈ ਇੱਦਾਂ ਦਾ ਹੋਇਆ ਨਹੀਂ ਹੈਗਾ, ਕਹਿੰਦੇ ਇੰਨਾ ਇਤਿਹਾਸ ਨੂੰ ਸਾਰਾ ਚੇਂਜ ਕਰਕੇ ਰੱਖ ਦਿੱਤਾ। ਰਾਜੇ ਮਹਾਰਾਜਿਆਂ ਤਾਈਂ ਰਾਜ ਖਤਮ ਕਰ ਦਿੱਤੇ ਉਹਨੇ, ਇੱਕ ਕਲਮ ਦੇ ਜ਼ੋਰ 'ਤੇ। ਪੜ੍ਹਾਈ ਸੀਗੀ ਉਹਨਾਂ ਦੇ ਹੱਥ 'ਚ, ਔਰ ਭਾਰਤ ਦਾ ਸੰਵਿਧਾਨ ਬਣਾਉਣ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ। ਹਰ ਦੇਸ਼ ਦੇ ਵਿੱਚੋਂ ਜਾ ਕੇ ਖੋਜ ਕਰਕੇ ਆਪਣੇ ਸੰਵਿਧਾਨ ਨੂੰ ਰੰਗ ਰੂਪ ਵਧੀਆ ਦੇਣਾ, ਨਿਖਾਰਨਾ, ਮੰਨ ਲਓ ਹੀਰੇ ਦੀ ਤਰ੍ਹਾਂ। ਪਰ ਕੀ ਡਾਕਟਰ ਅੰਬੇਦਕਰ ਨੇ, ਬਾਈ ਜੀ ਥੋੜ੍ਹਾ ਜਿਹਾ ਇੱਧਰ ਨੂੰ ਹੋ ਜਾਓ ਤਾਂ ਕਿ ਆਪਾਂ ਇੱਧਰ ਨੂੰ ਆ ਜਾਓ, ਥੋੜ੍ਹਾ ਆ ਜਾਓ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਸਾਰੇ ਬਾਕੀ ਲੋਕਾਂ ਨੇ ਵੀ, ਚਲੋ ਜਿਹੜੇ ਡਾਕਟਰ ਅੰਬੇਦਕਰ ਨੂੰ ਚਾਹੁਣ ਵਾਲੇ ਸੀ, ਕਿ ਉਹਨਾਂ ਨੇ ਮੰਨਿਆ ਕਿ ਸਾਰੇ ਬੋਧੀ ਹੋਏ, ਜਾਂ ਉਹ ਰੁਕ ਗਿਆ ਕਿਤੇ ਮਿਸ਼ਨ ਬਸ ਚੱਲਿਆ? ਜਿਹੜੇ ਥੋੜ੍ਹੇ ਬਹੁਤੇ ਜਾਣਦੇ ਸੀ, ਸਮਝਦੇ ਸੀ, ਉਹ ਹੋ ਗਏ, ਬਾਕੀ? ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋ ਪੰਜਾਬ ਟੀਵੀ ਦਾ ਧੰਨਵਾਦ ਕਰਨਾ ਚਾਹੂੰਗਾ ਜੋ ਅੱਜ ਇੱਥੇ ਪਹੁੰਚੇ ਆ। ਦੇਖੋ ਅੰਬੇਡਕਰ ਜਿਹੜੇ ਸੀਗੇ, ਜਿੱਦਾਂ ਕਿ ਤਥਾਗਤ ਬੁੱਧ ਆ, ਉਹਨਾਂ ਨੇ ਕਿਹਾ ਵੀ ਮੈਂ ਇੱਕ ਮਾਰਗ ਦੱਸਿਆ, ਉਸ ਮਾਰਗ ਦੇ ਉੱਤੇ ਚੱਲਣਾ। ਮੈਂ ਤੁਹਾਨੂੰ ਦੱਸ ਸਕਦਾ ਵੀ ਇਹ ਮਾਰਗ ਜਿਹੜਾ ਹੈ ਵਧੀਆ, ਜੇ ਤੁਸੀਂ ਇਸ ਮਾਰਗ ਦਾ ਆਚਰਣ ਕਰਦੇ ਆ ਤਾਂ ਤੁਹਾਡਾ ਜੀਵਨ ਵਧੀਆ ਹੋ ਸਕਦਾ। ਠੀਕ ਉਸੇ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਨੇ ਉਹ ਧਰਮ ਨੂੰ ਫੋਲੋ ਕੀਤਾ, ਅਪਣਾਇਆ ਅਤੇ ਆਪਣੇ ਲੱਖਾਂ ਹੀ ਪੈਰੋਕਾਰਾਂ ਨੂੰ ਦਿੱਤਾ। ਉਹ ਅੱਜ ਵੀ ਲੋਕ ਜਿਹੜੇ ਆ ਬੁੱਧਿਸਟ ਬਣ ਰਹੇ ਆ। ਜਿਹੜੇ ਨਹੀਂ ਬਣ ਰਹੇ ਹੈਗੇ ਜਾਂ ਕਿੱਦਾਂ, ਸ਼ਾਇਦ ਉਹਨਾਂ ਨੇ ਬੁੱਧਿਜ਼ਮ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਹੈਗਾ ਅਜੇ। ਅਜਿਹੇ ਵੀ ਬਹੁਤ ਸਾਰੇ। ਕਦੋਂ ਬੁੱਧੀ ਹੋਏ? ਮੈਂ 3 ਦਸੰਬਰ 2006 ਦੇ ਵਿੱਚ ਬੁੱਧ ਧਰਮ ਅਪਣਾਇਆ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਬਤੌਰ ਇੱਕ ਬੁੱਧਿਸਟ ਹੀ ਵਿਚਰ ਰਿਹਾ ਆ। ਤੁਹਾਡੇ ਪਰਿਵਾਰ ਬੁੱਧੀ ਹੈ ਸਾਰਾ? ਚਾਚੇ, ਤਾਏ, ਭੈਣ, ਭਰਾ? ਨਹੀਂ, ਪਰਿਵਾਰ ਦੇ ਵਿੱਚ ਇਦਾਂ ਹੈ ਕਿ ਦੇਖੋ ਬੁੱਧਿਸਟ ਤਾਂ ਨਹੀਂ ਮੈਂ ਕਹਿ ਸਕਦਾ, ਲੇਕਿਨ ਬਾਬਾ ਸਾਹਿਬ ਅੰਬੇਡਕਰ ਨੂੰ ਫੋਲੋ ਕਰਦੇ। ਅੰਬੇਡਕਰਾਈਟ ਨੇ? ਹਾਂਜੀ, ਅੰਧ ਵਿਸ਼ਵਾਸਾਂ ਚੋਂ ਬਾਹਰ ਨਿਕਲੇ ਹੋਏ ਨੇ ਤੇ ਬਾਬਾ ਸਾਹਿਬ ਅੰਬੇਡਕਰ ਨੂੰ ਫੋਲੋ ਕਰਦੇ ਨੇ। ਇਹਨੂੰ ਫਿਰ ਕਿਉਂ ਨਹੀਂ ਅਪਣਾਇਆ ਬਾਕੀ ਸਾਰਿਆਂ ਨੇ? ਜਿਸ ਤਰ੍ਹਾਂ ਮੈਂ ਤਕਰੀਬਨ ਸਨ 2000 ਦੇ ਆਸ-ਪਾਸ ਇਸ ਮੂਵਮੈਂਟ ਦੇ ਵਿੱਚ ਆਇਆ ਸੀਗਾ, ਤੇ ਤੁਸੀਂ ਕਹਿ ਸਕਦੇ ਵੀ 2006 'ਚ ਹੀ ਮੈਂ ਕਾਹਤੋਂ ਅਪਣਾਇਆ, ਆਉਂਦੇ ਨੇ ਕਿਉਂ ਨਹੀਂ ਅਪਣਾ ਲਿਆ? ਕਿਉਂਕਿ ਖੁਦ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਬੌਧ ਧਰਮ ਦੀ ਦੀਕਸ਼ਾ ਦਿੱਤੀ ਸੀ, ਉਦੋਂ ਉਹਨਾਂ ਨੇ ਕਿਹਾ ਸੀ ਵੀ ਮੇਰੇ ਮਗਰ ਭੇਡ ਬੱਕਰੀਆਂ ਦੀ ਤਰ੍ਹਾਂ ਨਾ ਲੱਗ ਜਾਇਓ। ਸਭ ਤੋਂ ਪਹਿਲਾਂ ਤਾਂ ਇਸ ਬੁੱਧਿਜ਼ਮ ਨੂੰ ਜਾਂਚੋ, ਪਰਖੋ, ਸਮਝੋ। ਜੇ ਤੁਹਾਡੀ ਤਰਕ ਦੀ ਕਸੌਟੀ 'ਤੇ ਪੂਰਾ ਉਤਰਦਾ ਫਿਰ ਅਪਣਾਓ। ਇਸ ਲਈ ਇਹ ਹੈ ਵੀ ਸਿਰਫ ਇੱਕ ਇਹੀ ਨਹੀਂ, ਇੱਦਾਂ ਨਹੀਂ ਹੈਗਾ ਕਿ ਵੀ ਆਪਾਂ ਹਰ ਕਿਸੇ ਨੂੰ ਬੁੱਧਿਸਟ ਲਿਖਾਈ ਜਾਈਏ, ਉਹ ਉਸ ਮੁਤਾਬਕ ਆਚਰਣ ਹੀ ਨਾ ਕਰੇ ਤੇ ਉਹਦਾ ਕੋਈ ਰਿਜ਼ਲਟ ਨਹੀਂ ਆਏਗਾ। ਬੁੱਧਿਜ਼ਮ ਦੇ ਉੱਤੇ ਪੂਰੀ ਤਰ੍ਹਾਂ ਆਚਰਣ ਕਰਨ ਲਈ ਉਹਨੂੰ ਸਮਝਣ ਦੀ ਲੋੜ ਆ, ਉਹਨੂੰ ਪੜ੍ਹਨੇ ਦੀ ਲੋੜ ਆ, ਫਿਰ ਹੀ ਅਗਲਾ ਅੱਗੇ ਚੱਲ ਕੇ ਬੁੱਧਿਜ਼ਮ ਦੇ ਮੁਤਾਬਕ ਚੱਲਦਾ ਜੀ। ਨਿਰਮਲ ਜੀ, ਤੁਸੀਂ ਕਿਵੇਂ ਅੰਬੇਡਕਰਾਈਟ ਤੁਸੀਂ ਬਣੇ, ਬੋਧੀ ਬਣੇ, ਕਿਉਂ ਬਣੇ? ਤੁਹਾਨੂੰ ਕਿਉਂ ਲੱਗਿਆ ਕਿ ਅੰਬੇਦਕਰ ਦੀ ਇਹ ਗੱਲ ਬੜੀ ਇੰਪੋਰਟੈਂਟ ਹੈਗੀ? ਮੈਂ ਕਾਫੀ ਦੇਰ ਤੋਂ ਅੰਬੇਡਕਰ ਭਵਨ ਦਾ ਕੇਅਰ ਟੇਕਰ ਹਾਂ। ਅੰਬੇਡਕਰ ਭਵਨ ਵਿੱਚ ਆਇਆ। ਅੰਬੇਡਕਰ ਸਾਡੇ ਮੇਰੇ ਡੈਡੀ ਮੰਮੀ ਜਿਹੜੇ ਜਦੋਂ ਕਾਂਸ਼ੀ ਰਾਮ ਸੀ ਨਾ, ਤਾਂ ਬਹੁਜਨ ਸਮਾਜ ਪਾਰਟੀ ਵਿੱਚ ਕੰਮ ਕਰਦੇ ਸੀਗੇ, ਅਤੇ ਮੈਂ ਫਿਰ ਅੰਬੇਡਕਰ ਭਵਨ ਨਾਲ ਜੁੜ ਕੇ ਆ ਕੇ ਅਤੇ ਅੰਬੇਡਕਰ ਮਿਸ਼ਨ 'ਚ ਜ਼ਿਆਦਾ ਲੱਗਿਆ। ਅੰਬੇਡਕਰ ਦਾ ਪ੍ਰਚਾਰ ਕਰੀ ਜਾਂਦੇ। ਤੁਹਾਨੂੰ ਲੱਗਿਆ ਇਸ ਮਿਸ਼ਨ ਨਾਲ ਜੁੜਨਾ ਜ਼ਰੂਰੀ ਹੈ? ਹਾਂ, ਇਹੀ ਤਾਂ ਮਿਸ਼ਨ ਹੈ ਆਪਣਾ ਜੀ, ਹੋਰ ਤਾਂ ਮਿਸ਼ਨ ਹੈ ਹੀ ਕੋਈ ਨਹੀਂ ਹੈ। ਹਾਂਜੀ, ਆਓ ਅੰਕਲ ਤੁਸੀਂ ਵੀ ਆਓ। ਤੁਸੀਂ ਅੰਕਲ ਕਿਵੇਂ ਮਤਲਬ ਜੁੜੇ ਇਸ ਸਾਰੇ ਪ੍ਰੋਸੈਸ ਦੇ ਨਾਲ, ਔਰ ਮਤਲਬ ਤੁਹਾਨੂੰ ਕਿਹਨੇ ਇਸ ਗੱਲ ਦੇ ਨਾਲ ਜੋੜਿਆ? ਕਿਉਂਕਿ ਮੇਰੇ ਚਾਚਾ ਜੀ ਬੁੱਧ ਧਰਮ ਦੇ ਨਾਲ ਰਿਲੇਟਡ ਆ। ਉਹਨਾਂ ਨੇ ਜੋ ਵੀ ਬਣਾਇਆ ਸਾਰਾ ਕੁਛ, ਉਹਨਾਂ ਨੇ ਕਾਫੀ ਕੁਛ ਕੀਤਾ, ਹੁਣ ਵੀ ਕਰਦੇ ਆ। ਉਹ ਬਾਹਰ ਰਹਿੰਦੇ ਆ, ਉਹਨਾਂ ਦੀ ਬਦੌਲਤ ਹੀ ਅਸੀਂ ਸਾਰਾ ਕੁਛ।
ਕਿਉਂਕਿ ਬੁੱਧ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਜੁੜਨਾ ਹੈ। ਅਸੀਂ ਬੁੱਧ ਧਰਮ ਨੂੰ ਬਹੁਤ ਪੜ੍ਹਦੇ ਸੀਗੇ ਘਰ, ਸਾਡੇ ਡੈਡੀ ਜੀ ਔਰ ਮੇਰੇ ਤਾਇਆ ਜੀ ਸਾਰੇ ਪੜ੍ਹਦੇ ਸੀ ਬੁੱਧ ਧਰਮ ਨੂੰ, ਅਸੀਂ ਅਪਣਾਉਂਦੇ ਸੀ, ਅਸੀਂ ਸਾਰਾ ਕੁਝ ਕਰਦੇ ਸੀ ਤੇ ਅਸੀਂ ਬੁੱਧ ਧਰਮ ਦੇ ਨਾਲ ਜੁੜੇ ਹੋਏ ਕਾਫੀ ਚਿਰ ਤੋਂ। ਮੈਂ ਛੋਟਾ ਸੀਗਾ ਜਦ ਦਾ ਅਸੀਂ ਬੁੱਧ ਧਰਮ ਦੇ ਨਾਲ ਜੁੜੇ ਹੋਏ ਸਾਰੇ ਪਰਿਵਾਰ। ਕਿੰਨੀ ਕੁ ਆਬਾਦੀ ਕਾਲੀ, ਮਤਲਬ ਜੇ ਮੈਂ ਪੁੱਛਾਂ ਤੁਹਾਡੇ ਤੋਂ, ਕਿੰਨੀ ਕੁ ਆਬਾਦੀ ਹੋਊ ਜਿਹੜੀ ਦਲਿਤਾਂ ਦੀ ਜਾਂ ਦਲਿਤਾਂ ਤੋਂ ਬਿਯੋਂਡ ਵੀ ਕੋਈ ਬੰਦੇ ਹੋਣਗੇ ਜਿਹੜੇ ਬੁੱਧ ਧਰਮ ਦੇ ਨਾਲ ਜੁੜੇ ਇਸ ਦੁਆਬੇ? ਕਿਉਂਕਿ ਮਾਲਵੇ 'ਚ, ਮੈਂ ਮਾਲਵੇ ਤੋਂ ਆਂਗਾ, ਮਾਲਵੇ 'ਚ ਮੈਨੂੰ ਪਹਿਲੀ ਵਾਰ ਤੁਸੀਂ ਦੱਸਿਆ ਸੀਗਾ ਔਰ ਮੈਨੂੰ ਬੜੀ ਅਜੀਬ ਲੱਗਿਆ ਵੀ ਅੱਛਾ, ਫਿਰ ਮੈਂ ਡਾਕਟਰ ਅੰਬੇਦਕਰ, ਫਿਰ ਸਾਰੀ ਚੀਜ਼ਾਂ ਪੜ੍ਹੀਆਂ, ਫਿਰ ਪਤਾ ਲੱਗਿਆ ਕਿ ਅੱਛਾ ਇਸ ਤਰੀਕੇ ਨਾਲ ਇੱਥੇ ਆਏ ਫਿਰ ਜੁੜੇ। ਕਿੰਨੇ ਕੁ ਲੋਕ, ਕਿੰਨੇ ਕੁ ਪਰਸੈਂਟੇਜ ਜੁੜੀ ਹੋ? ਕਾਫੀ ਲੋਕ ਜੁੜੇ ਹੋਏ ਨੇ। ਪਰਸੈਂਟੇਜ ਦੇ ਹਿਸਾਬ ਨਾਲ ਨਹੀਂ, ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹੈ। ਅਸੀਂ ਯਾਦਵਿੰਦਰ, ਤੁਸੀਂ ਉਹਦੇ ਤੋਂ ਰਿਜ਼ਲਟ ਕੱਢ ਲਿਓ ਵੀ ਕੀ ਹੁੰਦਾ ਹੈ ਜਦੋਂ ਕੋਈ ਚੀਜ਼ ਲਤੀਫਾ ਬਣਦੀ ਹੈ, ਜਦੋਂ ਕੋਈ ਚੀਜ਼ ਮੁਹਾਵਰਾ ਬਣਦੀ ਹੈ, ਜਦੋਂ ਕੋਈ ਚੀਜ਼ ਲਿਟਰੇਚਰ ਬਣਦੀ ਹੈ, ਤਾਂ ਤੁਹਾਨੂੰ ਸਮਾਜ ਦੀ ਰਿਫਲੈਕਸ਼ਨ ਉਹਦੇ ਵਿੱਚ ਮਿਲਦੀ ਹੈ। ਭਗਵੰਤ ਰਸੂਲਪੁਰੀ ਕਹਾਣੀਕਾਰ ਨੇ, ਇੱਥੋਂ ਮੈਂ ਆਵਾਜ਼ ਮਾਰਾਂ ਤੇ ਉਹਦੇ ਘਰ ਤੱਕ ਪਹੁੰਚ ਸਕਦੀ ਹੈ, ਨੇੜੇ ਹੀ ਰਹਿੰਦੇ ਨੇ ਉਹ। ਇਸ ਸਾਰੇ ਦੇ ਉੱਤੇ ਉਹਨਾਂ ਨੇ 2-4 ਕਹਾਣੀਆਂ ਲਿਖੀਆਂ। ਉਹਨੇ ਇਸ ਸਮਾਜਿਕ ਚੇਂਜ ਨੂੰ ਦੇਖਦਿਆਂ, ਸਿਆਣਾ ਕਹਾਣੀਕਾਰ ਹੈ ਉਹ, ਬਹੁਤ ਗੂੜਾ ਲੜਾਕਾ ਆ, ਥੋੜਾ ਜਿਹਾ ਲੜ ਪੈਂਦਾ ਕਿਸੇ ਵੇਲੇ, ਬਟ ਉਹ ਕਿਹੜਾ ਘੱਟ ਲੜਾਕੇ ਹੋ ਤੁਸੀਂ, ਬਹੁਤ ਲੜਦੇ ਹੋ। ਨਹੀਂ, ਮੈਂ ਨਹੀਂ ਲੜਦਾ ਯਾਰ। ਤਾਂ ਜਿਹੜੀ ਗੱਲ ਹੈ ਕਿ ਉਹਨੇ ਕਹਾਣੀ ਲਿਖੀ ਕਿ ਬੁੱਧਿਜ਼ਮ, ਨਿਓ ਬੁੱਧਿਸਟ ਪੈਦਾ ਹੋ ਰਹੇ ਨੇ, ਬਟ ਜਿਹੜੇ ਉਹਨਾਂ ਦੇ ਬਜ਼ੁਰਗ ਨੇ, ਮੰਨ ਲਓ ਨਿਰਮਲ ਅੰਬੇਡਕਰ ਹੀ ਪੈਦਾ ਹੋ ਰਿਹਾ, ਇਹਨਾਂ ਦੇ ਤਾਂ ਬਜ਼ੁਰਗ ਜਿਹੜੇ ਕਾਂਸ਼ੀ ਰਾਮ ਹੋਰਾਂ ਦੀ ਮੂਵਮੈਂਟ ਦੇ ਨਾਲ ਰਹੇ ਨੇ, ਸੋਸ਼ਲ ਮੂਵਮੈਂਟ ਦੇ ਨਾਲ ਰਹੇ ਨੇ, ਜਾਂ ਜਿਨ੍ਹਾਂ ਦੇ ਨਹੀਂ ਸੀਗੇ, ਜਾਂ ਜਿਨ੍ਹਾਂ ਦੇ ਪੇਰੈਂਟਸ ਰਵਿਦਾਸ ਡੇਰਿਆਂ ਨਾਲ ਜੁੜੇ ਹੋਏ ਸੀ, ਉਹਨਾਂ ਦੇ ਤਰਾਂਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਦਾ ਬੱਚੇ ਨੂੰ ਦੇਖ ਕੇ। ਉਹ ਕਹਾਣੀ ਇਹ ਹੈ ਕਿ ਉਹ ਬੇਟਾ NRI ਹੈ, ਜਿਵੇਂ ਇਹਨਾਂ ਨੇ ਦੱਸਿਆ ਵੀ ਸਾਡੇ ਹੈ ਨਾ, ਵੀ ਉਹਨਾਂ ਦੇ ਕਰਕੇ ਜੁੜੇ। ਉਹ NRI ਹੈ, ਉਹ ਬੁੱਧਿਸਟ ਹੋ ਗਿਆ, ਉਹ ਬੈਲਜ਼ ਜਾ ਕੇ ਬਿਹਾਰਾਂ 'ਚ ਚੜਾਉਂਦਾ ਆ। ਹੋਰ ਉਹਨੇ ਇਹ ਮੁੰਡ ਕਰਵਾ ਲਏ ਨੇ, ਉਹਨੇ ਭਗਮਾ ਚੋਲਾ ਵੀ ਉਹ ਪਾ ਲਿਆ, ਬੁੱਧਿਸਟਾਂ ਵਾਲਾ ਇੱਕ ਮੌਂਕ ਦਾ ਰੂਪ ਧਾਰ ਲਿਆ। ਉਹ ਜਦੋਂ ਇੱਥੇ ਆਉਂਦਾ ਹੈ ਤਾਂ ਉਹਦੇ ਮਾਪਿਆਂ ਦੇ ਸਿਰ 'ਚ ਨਾ ਤਰਾਂਟਾਂ ਪੈਂਦੀਆਂ, ਚੰਗਿਆੜੇ ਨਿਕਲਦੇ ਆ। ਉਹਦੀ ਮਾਂ ਨੂੰ ਰਾਤ ਨੂੰ ਸੁਪਨੇ 'ਚ ਉਹ ਸੰਤ ਦਿਖਾਈ ਦਿੰਦੇ, ਜਿਹੜੇ ਰਵਿਦਾਸੀਏ ਸੰਤ ਨੇ, ਜਿਨ੍ਹਾਂ ਨੂੰ ਉਹ ਪੂਜਦੇ ਨੇ। ਉਹ ਬਹੁਤ ਜ਼ਿਆਦਾ ਡਿਸਟਰਬੈਂਸ ਜਿਹੜੀ ਹੈ ਉਹ ਪੀੜ੍ਹੀ ਦੀ, ਯਾਨੀ ਨਿਓ ਬੁੱਧਿਸਟ ਦੀ ਤੇ ਪੁਰਾਣੇ ਜਨਰੇਸ਼ਨਲ ਚੇਂਜ ਕਹਿ ਸਕਦੇ ਹੋ ਉਹਨੂੰ, ਇੱਕ ਜਨਰੇਸ਼ਨ ਚੇਂਜ ਹੁੰਦੀ ਹੈ, ਨਵੀਂ ਜਨਰੇਸ਼ਨ ਆ ਕੇ ਬੁੱਧਿਜ਼ਮ ਨਾਲ। ਜਨਰੇਸ਼ਨ ਆਣ ਕੇ, ਮੈਂ ਅੰਬੇਦਕਰ ਦੇ ਟਾਈਮ ਘੱਟ ਜੁੜਦੇ ਇੱਥੇ, ਅੰਬੇਡਕਰ ਦੇ ਟਾਈਮ ਵੀ ਬਹੁਤ ਜੁੜੇ ਸੀਗੇ। ਉਸ ਵੇਲੇ ਲਾਹੌਰੀ ਰਾਮ ਬਾਲੀ, ਇਹ ਨਿਰਮਲ ਅੰਬੇਡਕਰ ਹੁਣੀ ਜਿਸ ਭਵਨ ਦੀ ਗੱਲ ਕਰਦੇ ਨੇ, ਉਹ ਭਵਨ ਲਾਹੌਰੀ ਰਾਮ ਬਾਲੀ ਹੁਣੀ ਬਹੁਤ ਵੱਡੀ ਸ਼ਖਸੀਅਤ ਨੇ ਪੰਜਾਬ ਦੀ। ਡਾਕਟਰ ਅੰਬੇਡਕਰ ਮਿਸ਼ਨ ਨੂੰ ਲੈ ਕੇ ਉਹਨਾਂ ਨੇ ਸਾਰੀ ਉਮਰ ਲਾਈ ਹੋਈ ਹੈ, ਬੜੀਆਂ ਕਿਤਾਬਾਂ ਵੀ ਲਿਖੀਆਂ, ਭੀਮ ਪੱਤਰਕਾ ਵੀ ਕੱਢਦੇ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ। ਤਾਂ ਇਹ ਉਹਨਾਂ ਦੀ ਕੰਟਰੀਬਿਊਸ਼ਨ ਨਾਲ ਜੁੜਿਆ ਹੋਇਆ ਹੈ। ਇਹ ਆ ਉਹ ਬੰਦਾ ਜਿਹੜਾ ਸਟੈਂਪਾਂ ਲਾਉਂਦਾ ਆ, ਉਹ ਪੇਪਰ ਨੂੰ ਭੇਜਦਾ ਆ, ਨਾਗਪੁਰ ਤੱਕ ਜਾਂਦਾ ਪੇਪਰ, ਟਰਾਈਬਲਸ ਦੇ ਵਿੱਚ ਜਾਂਦਾ ਆ। ਤਾਂ ਇਹ ਪਿੱਛੇ ਇਕੱਲਾ ਵਿਜ਼ਨਰੀ ਵੀ ਹੈ, ਮਿਸ਼ਨਰੀ ਵੀ ਆ। ਕਈ ਵਾਰੀ ਮਾਈਕ ਤਾਂ ਇਹ ਸ਼ੀਸ਼ਾ, ਇਹ ਸੂਰਜ ਹੁੰਦਾ ਨਾ, ਕੈਮਰਾ ਤਾਂ ਆਪਾਂ ਤਾਂ ਡਰਦੇ ਨਹੀਂ ਸੂਰਜ ਤੋਂ, ਕੈਮਰਾ ਤਾਂ ਵੱਡਿਆਂ ਦੀਆਂ ਚੀਕਾਂ ਕਢਾ ਦਿੰਦਾ ਹੈ ਨਾ। ਤਾਂ ਇਹ ਕਈ ਵਾਰੀ ਬੋਲ ਨਹੀਂ ਪਾ ਰਿਹਾ ਹੁੰਦਾ ਬੰਦਾ। ਇਹਦੀ ਜਿਹੜੀ ਕੰਟਰੀਬਿਊਸ਼ਨ ਹੈ, ਮੈਂ ਇਹ ਤੋਂ ਪ੍ਰੇਰਨਾ ਲੈਣਾ, ਨਿਰਮਲ ਅੰਬੇਡਕਰ ਤੋਂ ਪ੍ਰੇਰਨਾ ਲੈਂਦਾ ਕਿ ਯਾਰ ਇੰਨੀ ਡੈਡੀਕੇਸ਼ਨ ਨਾਲ ਜੇ ਤੁਸੀਂ ਕੰਮ ਕਰਨਾ ਕਿਸੇ ਮਿਸ਼ਨ ਨੂੰ ਲੈ ਕੇ, ਵਿਜ਼ਨ ਨੂੰ ਲੈ ਕੇ, ਤਾਂ ਇੰਨੀ ਡੈਡੀਕੇਸ਼ਨ ਨਾਲ। ਸੋ ਮੈਂ ਦੱਸ ਤੁਹਾਨੂੰ ਇਹ ਰਿਹਾ ਕਿ ਰਸੂਲਪੁਰੀ ਦੀ ਕਹਾਣੀ ਦੇ ਵਿੱਚ ਕੰਟਰਾਡਿਕਸ਼ਨ ਜੇ ਆਉਂਦੀ ਆ ਤਾਂ ਸਮਥਿੰਗ ਇਜ਼ ਦੇਅਰ, ਤਾਂ ਕੁਛ ਤਾਂ ਉੱਥੇ ਹੈ। ਸੋ ਉਹ ਚੇਂਜ ਵੀ ਹੈ ਨਾ। ਸੋ ਕਾਫੀ NRI ਬਹੁਤ ਨੇ NRI ਪੰਜਾਬੀ। ਚੰਚਲ, ਤੁਸੀਂ ਅੱਗੇ ਲੋਕਾਂ ਨੂੰ ਕਿੰਨੇ ਕੁ ਨੂੰ ਕਨਵਿੰਸ ਕਰ ਦਿਓਗੇ? ਜਿਵੇਂ ਮਤਲਬ ਹਰ ਕਿਸੇ ਦਾ ਵੀ ਮੇਰਾ ਕੋਈ ਵਿਚਾਰ ਆ, ਮੈਨੂੰ ਲੱਗਦਾ ਮੇਰਾ ਉੱਤਮ ਵਿਚਾਰ ਆ, ਹਰ ਬੰਦੇ ਨੂੰ ਇਹ ਹੁੰਦਾ ਨਾ, ਚਾਹੇ ਕਿਸੇ ਧਰਮ ਨਾਲ ਜੁੜਿਆ ਹੋਵੇ, ਕੋਈ ਚਾਹੇ ਵਿਚਾਰਧਾਰਾ ਨਾਲ ਜੁੜਿਆ ਹੋਵੇ, ਉਹਨੂੰ ਲੱਗਦਾ ਹੁੰਦਾ ਆਖਰੀ ਸੱਚ ਇਹ ਹੈਗਾ। ਜਿੱਥੇ ਬੰਦਾ ਖੜਾ ਹੁੰਦਾ ਉਹਨੂੰ ਆਖਰੀ ਸੱਚ ਲੱਗਦਾ ਹੁੰਦਾ। ਉਹ ਆਖਰੀ ਸੱਚ ਲਈ ਕਿਸੇ ਦੂਜੇ ਨੂੰ ਕਨਵਿੰਸ ਕਰਦਾ ਕਿ ਯਾਰ ਤੂੰ ਵੀ ਸਾਡੀ ਲਾਈਨ ਤੇ ਆ ਜਾ, ਜਾਂ ਤੂੰ ਵੀ। ਕਿੰਨੇ ਕੁ ਲੋਕਾਂ ਨੂੰ ਤੁਸੀਂ ਕਨਵਿੰਸ ਕਰਦੇ ਹੋ ਕਿ ਇੱਧਰ ਆਓ, ਚਾਹੇ ਉਹ ਜਰਨਲ ਹੋਣ, ਚਾਹੇ ਕੋਈ ਵੀ ਹੋਣ? ਅਸੀਂ ਤਾਂ ਕਹਿਣਾ ਮਤਲਬ ਬਾਬਾ ਸਾਹਿਬ ਜਾਂ ਬੁੱਧ ਦੀ ਗੱਲ ਕਰੀਏ, ਕੋਈ ਵਿਚਾਰਧਾਰਾ ਉਹਦੇ ਬਾਰੇ ਪੁੱਛਦਾ ਨਾ, ਕਿੱਦਾਂ ਸਾਡੇ ਨਾਲ ਕੋਈ ਗੱਲ ਕਰਦਾ, ਮੰਨ ਲਓ ਜੇ ਸਾਡੇ ਨਾਲ ਵਿਚਾਰਾਂ 'ਚ ਬੁੱਧ ਦੀ ਗੱਲ ਕਰਦਾ ਜਾਂ ਬਾਬਾ ਸਾਹਿਬ ਦੀ ਗੱਲ ਕਰਦਾ, ਉਹ ਤਾਂ ਬੰਦਾ ਚਾਹੇ ਨਿਊ ਹੋਵੇ ਜਾਂ ਉਹਨੂੰ ਨਾ ਪਤਾ ਹੋਵੇ, ਉਹਦੀ ਇਹੀ ਕੋਸ਼ਿਸ਼ ਹੁੰਦੀ ਮੈਂ ਅੱਜ ਹੀ ਬੁੱਧਿਸਟ ਬਣ ਜਾਵਾਂ। ਮੰਨ ਲਓ ਵਿਚਾਰਧਾਰਾ ਸਾਡੀ ਸੁਣਨੀ, ਕਦੋਂ ਗੱਲਬਾਤ ਸੁਣਨੀ ਆ, ਬਾਕੀ ਉਹਦਾ ਇਹ ਮਾਈਂਡ ਬਣ ਜਾਂਦਾ ਮੈਂ ਅੱਜ ਹੀ ਬੁੱਧਿਸਟ ਬਣ ਜਾਵਾਂ। ਠੀਕ ਆ, ਤੁਸੀਂ ਮਿਸ਼ਨ, ਮੈਂ ਕਹਿ ਰਿਹਾ ਤੁਸੀਂ ਕੰਪੇਨ ਵੀ ਚਲਾਉਂਦੇ ਹੋ, ਮੈਂ ਕੋਈ ਕਨਵਰਜਨ ਦੀ ਕੰਪੇਨ ਨਹੀਂ ਕਹੂੰਗਾ ਉਹਨੂੰ, ਪਰ ਤੁਸੀਂ ਜਾਣਦੇ ਹੋ ਲੋਕਾਂ ਕੋਲੇ ਕਨਵਿੰਸ ਕਰਦੇ ਹੋ ਕਿ ਯਾਰ ਆਹ ਰਾਹ ਗਾ ਸਹੀ ਰਾਹ ਜਿਹੜਾ।
ਬਿਲਕੁਲ ਚਾਹੀਦਾ ਜੀ। ਬਕਾਇਦਾ ਪਿੰਡਾਂ ਦੇ ਵਿੱਚ ਜਾਣਾ ਰਹਿੰਦਾ ਹੈ, ਆਪਣਾ ਚੱਲਦਾ ਰਹਿੰਦਾ, ਮੀਟਿੰਗਾਂ ਵਗੈਰਾ ਚੱਲਦੀਆਂ, ਉੱਥੇ ਜਾ ਕੇ ਫਿਰ ਬੁੱਧਿਜ਼ਮ ਦੇ ਬਾਰੇ ਜਾਂ ਅੰਬੇਡਕਰ ਮਿਸ਼ਨ ਦੇ ਬਾਰੇ ਪ੍ਰਚਾਰ ਪ੍ਰਸਾਰ ਚੱਲਦਾ ਰਹਿੰਦਾ। ਮੇਰਾ ਤਾਂ ਆਊਟ ਆਫ ਸਟੇਟ ਵੀ ਆਉਣਾ ਜਾਣਾ ਲੱਗਾ ਰਹਿੰਦਾ। ਪਿਛਲੀ ਵਾਰੀ ਅਸੀਂ ਆਲ ਇੰਡੀਆ ਸਮਤਾ ਸੈਨਿਕ ਦਲ ਦੀ ਬਦੌਲਤ ਹਰਿਆਣਾ ਦੇ ਸਾਰੇ 21 ਜ਼ਿਲ੍ਹਿਆਂ ਦਾ ਦੌਰਾ ਕੀਤਾ, ਰਾਜਸਥਾਨ ਦੇ 33 ਜ਼ਿਲ੍ਹਿਆਂ ਦਾ ਦੌਰਾ ਕੀਤਾ, ਯੂਪੀ ਦੇ 75 ਵਿੱਚੋਂ 23 ਜ਼ਿਲ੍ਹਿਆਂ ਦਾ ਦੌਰਾ ਕੀਤਾ। ਉਸ ਤੋਂ ਇਲਾਵਾ ਵੀ ਜਿੱਦਾਂ ਮਹਾਰਾਸ਼ਟਰ ਹੋ ਗਿਆ, ਆਂਧਰਾ ਹੋ ਗਿਆ, ਉੜੀਸਾ ਹੋ ਗਿਆ, ਗੁਜਰਾਤ ਹੋ ਗਿਆ, ਕਈ ਸਟੇਟਾਂ ਦੇ ਵਿੱਚ ਆਉਣਾ ਜਾਣਾ ਇਸ ਪ੍ਰਚਾਰ ਪ੍ਰਸਾਰ। ਫੁੱਲ ਟਾਈਮ ਰਹੋ ਫਰੀ ਮੂਵਮੈਂਟ ਦੇ? ਨਹੀਂ, ਫਿਲਹਾਲ ਤਾਂ ਨਹੀਂ। ਮੈਂ ਵੈਸੇ ਮੇਰਾ ਪਬਲੀਕੇਸ਼ਨ ਦਾ ਕੰਮ ਆ, ਉਸ ਮੁਤਾਬਕ ਬਾਕੀ ਮੈਂ ਜਿੱਦਾਂ ਦੱਸਿਆ ਕਿ ਆਲ ਇੰਡੀਆ ਸਮਤਾ ਸੈਨਿਕ ਦਲ ਦਾ ਮੈਂ ਕਾਰਿਆਕਰਤਾ ਰਿਹਾ ਆ। ਇਸ ਟਾਈਮ ਵੀ ਮੈਂ ਸੈਂਟਰ ਐਗਜ਼ੀਕਿਊਟਿਵ ਕਮੇਟੀ ਦਾ ਮੈਂਬਰ ਆ, ਜਿਹਦਾ ਹੈੱਡ ਆਫਿਸ ਨਾਗਪੁਰ ਦੇ ਵਿੱਚ ਹੀ ਆ, ਤੇ ਚਚੋਲੀ ਦੇ ਵਿੱਚ ਉਹਦਾ ਟ੍ਰੇਨਿੰਗ ਸੈਂਟਰ ਵੀ ਆ 3.5 ਏਕੜ ਜ਼ਮੀਨ ਦੇ ਵਿੱਚ, ਜਿੱਥੇ ਨੌਜਵਾਨਾਂ ਨੂੰ ਮਾਨਸਿਕ, ਨੈਤਿਕ ਤੇ ਸਰੀਰਕ 3 ਪ੍ਰਕਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹ ਇਸ ਟਾਈਮ ਭਾਰਤ ਦੀਆਂ ਕੋਈ 16-17 ਸਟੇਟ ਦੇ ਵਿੱਚ ਫੈਲਿਆ ਹੋਇਆ ਆਲ ਇੰਡੀਆ ਸਮਤਾ ਸੈਨਿਕ ਦਲ, ਜਿਹਦੇ ਕਿ ਫਾਊਂਡਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਆ, ਤੇ ਉਹਦੀ ਹੀ ਬਦੌਲਤ ਮੈਨੂੰ ਕਈ ਵਾਰੀ ਆਊਟ ਆਫ ਸਟੇਟ ਵੀ ਜਾਣ ਦਾ ਮੌਕਾ ਮਿਲਦਾ ਰਹਿੰਦਾ। ਹੋਰ ਜਿਵੇਂ ਹੁਣ ਇੱਥੇ 20-25 ਬੁੱਧ ਵਿਹਾਰ ਕਹਿ ਰਹੇ ਹੋ ਤੁਸੀਂ ਖੁੱਲੇ ਨੇ ਪੂਰੇ ਜਲੰਧਰ 'ਚ, ਕੱਲੇ ਜਲੰਧਰ ਜਾਂ ਦੁਆਬੇ ਪੂਰੇ 'ਚ? ਪੂਰੇ ਦੁਆਬੇ 'ਚ 20-25 ਬੋਧੀਆਂ ਦੇ ਸੈਂਟਰ ਨੇ, ਬੁੱਧ ਵਿਹਾਰ ਨੇ। ਇਹਨੂੰ ਮੰਦਿਰ ਨਹੀਂ ਕਹਿੰਦੇ ਤੁਸੀਂ, ਬੁੱਧ ਮੰਦਿਰ ਨਹੀਂ ਕਹਿੰਦੇ, ਬੁੱਧਿਸਟ ਟੈਂਪਲ ਕਹਿ ਲਓ, ਪਰ ਮੰਦਿਰ ਨਹੀਂ, ਤੁਸੀਂ ਬੁੱਧ ਵਿਹਾਰ ਵਿਹਾਰ ਕਹਿੰਦੇ ਹੋ ਤੁਸੀਂ ਇਹਨੂੰ। ਬੁੱਧ ਧਾਮ ਕਹਿੰਦੇ ਹੋ ਜਾਂ ਬੁੱਧ ਧਾਮ ਹੈ? ਧਾਮ ਨਹੀਂ ਕਹਿੰਦੇ ਸਾਡੇ। ਬਿਹਾਰ ਸ਼ਬਦ ਹੈ, ਬਿਹਾਰ, ਧਾਮ ਮੈਂ ਤੁਹਾਨੂੰ ਹੋਰ ਇਸ ਆਲਸੋ ਸ਼ਬਦਾਂ ਦੀ ਵੀ ਆਪਦੀ ਰਾਜਨੀਤੀ ਹੁੰਦੀ ਹੈ ਨਾ, ਵੀ ਕਿਹੜਾ ਸ਼ਬਦ ਕਿਹੜੇ ਸ਼ਬਦ ਨੂੰ ਖਾ ਜੇ। ਬਹੁਤ ਵੱਡੀ। ਔਰ ਪੰਜਾਬੀਆਂ ਨੂੰ ਮੈਂ ਸਮਝਾ ਦਿੰਦਾ ਕਿ ਦੁਆਬੇ ਦੀ ਧਰਤੀ ਐ ਖੜਕੂਆਂ ਦੀ ਕਿਵੇਂ ਆ, ਦਲਿਤ ਖੜਕਦੇ ਨੇ ਇੱਥੇ, ਹਨਾ, ਚਿਮਟੇ ਖੜਕਾ ਦਿੰਦੇ ਨੇ, ਇਹ ਚਿਮਟਾ ਹੀ ਖੜਕਿਆ ਆਇਆ ਧਾਮ। ਜਦੋਂ ਬੇਅਦਬੀ ਦੇ ਨਾਂ ਦੇ ਉੱਤੇ ਗੁਰੂ ਰਵਿਦਾਸ ਦੇ ਗੁਰਦੁਆਰਿਆਂ ਚੋਂ ਇਹਨਾਂ ਨੇ ਸਤਕਾਰ ਕਮੇਟੀਆਂ ਨੇ ਗੁਰੂ ਗ੍ਰੰਥ ਸਾਹਿਬ ਚੱਕੇ ਨਾ, ਤਾਂ ਉਹਨਾਂ ਨੇ ਫਿਰ ਚਿਮਟਾ ਖੜਕਾਇਆ। ਉਹਨੇ ਫਿਰ ਗੁਰੂ ਰਵਿਦਾਸ ਗੁਰਦੁਆਰੇ ਦੀ ਜਗ੍ਹਾ ਰਵਿਦਾਸ ਧਾਮ ਲਿਖ ਦਿੱਤਾ। ਤੁਸੀਂ ਦੁਆਬੇ 'ਚ ਸਾਰੀ ਜਗ੍ਹਾ ਜਿੱਥੇ ਜਾਓਗੇ, ਅੱਗੇ ਗੁਰਦੁਆਰਾ ਲਿਖਿਆ ਹੁੰਦਾ ਸੀ, ਹੁਣ ਧਾਮ ਲਿਖਿਆ ਹੋਇਆ। ਇਟਸ ਅ ਵੈਰੀ ਪੋਲੀਟੀਕਲ ਵਰਡ ਧਾਮ, ਬਟ ਬੁੱਧ ਨਾਲ ਜੁੜੇ ਹੋਏ ਸਾਰੇ ਵਿਹਾਰ ਨੇ। ਤਾਂ ਮਤਲਬ ਇਹ ਹੋਰ ਐਕਸਪੈਂਸ਼ਨ ਮੈਂ ਪੁੱਛ ਰਿਹਾ ਸੀ ਕਿ ਦੁਆਬੇ 'ਚ ਹੋਰ ਐਕਸਪੈਂਸ਼ਨ ਹੋ ਰਹੀ ਹੈਗੀ? ਕਾਫੀ। ਔਰ ਲੋਕ ਦਲਿਤਾਂ ਵਿੱਚੋਂ ਤੱਕ ਮੈਂ ਖਾਸ ਤੌਰ ਦੇ ਉੱਤੇ, ਨੌਜਵਾਨ ਪੀੜ੍ਹੀ 'ਚੋਂ ਮੈਂ ਖਾਸ ਤੌਰ ਦੇ ਉੱਤੇ ਦੇਖ ਰਿਹਾ ਕਿ ਉਹਨਾਂ ਦਾ ਡਾਕਟਰ ਅੰਬੇਡਕਰ ਦੇ ਮਿਸ਼ਨ ਨਾਲ, ਔਰ ਫਿਰ ਜਦੋਂ ਅੰਬੇਡਕਰ ਮਿਸ਼ਨ ਪੜ੍ਹਦੇ ਨੇ ਤਾਂ ਉਹ ਬੁੱਧ ਦੇ ਨੈਤਿਕ ਸਾਰੇ। ਦੇਖੋ, ਦੁਆਬੇ ਦੇ ਵਿੱਚ ਦਲਿਤ ਆਰਟੀਜ਼ਨ ਹੈ, ਤੁਹਾਨੂੰ ਉੜਤਾ ਪੰਜਾਬ ਦੁਆਬੇ 'ਚ ਨਹੀਂ ਲੱਭੇਗਾ। ਇਹ ਬਹੁਤ ਵੱਡੀਆਂ ਗੱਲਾਂ ਨੇ, ਇਹ ਛੋਟੀਆਂ ਗੱਲਾਂ ਨਹੀਂ ਹੈ। ਤੁਹਾਨੂੰ ਸੀਰੀ ਦੁਆਬੇ 'ਚ ਨਹੀਂ ਲੱਭਣਗੇ, ਤੁਹਾਨੂੰ ਮਾਲਵੇ 'ਚ ਅੱਜ ਵੀ ਤੁਹਾਡੇ ਮਾਲਵੇ 'ਚ ਲੱਭ ਜਾਣਗੇ। ਇਹ ਸਾਰਾ ਆਰਟੀਜ਼ਨ ਹੋਏ, ਫਿਰ ਇਹ ਹੱਥਾਂ ਨਾਲ ਕੰਮ ਕਰਨ ਵਾਲੇ ਆਰਟੀਜ਼ਨ, ਜਿਵੇਂ ਹੱਥਾਂ ਨਾਲ ਕੰਮ, ਲੁਹਾਰਾ, ਤਖਾਣਾ, ਜਾਲ ਬੰਨਣੇ, ਹੋਰ ਜਿਹੜੇ ਹੱਥੀਂ ਕਿਰਤ ਕਰਦੇ ਨੇ ਆਰਟੀਜ਼ਨ। ਚਮੜੇ ਦਾ ਕੰਮ ਵੀ ਹੱਥੀਂ ਕਰਨ ਵਾਲੀ ਆ। ਦਸਤਕਾਰ ਜਿਹੜੇ ਚਮੜੇ ਦਾ ਕੰਮ ਕਰਦੇ ਨੇ, ਖੇਡਾਂ ਦੇ ਸਮਾਨ ਦਾ ਕਰਦੇ ਨੇ, ਸਰਜੀਕਲ ਇੰਸਟਰੂਮੈਂਟਸ ਦਾ ਕਰਦੇ ਨੇ। ਤੋ ਇਹ ਸੇਪੀ 'ਚ ਨਹੀਂ ਆ, ਇਹ ਉਜਰਤੀ ਕਾਮੇ ਬਣੇ, ਦਸਤਕਾਰ ਬਣੇ, ਆਰਟੀਜ਼ਨ ਬਣੇ। ਔਰ ਦੈਨ ਦੇ ਅਵੇਅਰ ਹੋਏ, ਯੂਰਪ 'ਚ ਗਏ, ਕੈਨੇਡਾ, ਅਮਰੀਕਾ ਗਏ। ਖਾਸ ਕਰਕੇ ਅਰਬੀਅਨ ਕੰਟਰੀਜ਼ ਦੇ ਵਿੱਚ ਇਹ ਆਰਟੀਜ਼ਨ ਸ਼੍ਰੇਣੀ ਦੇ ਵਿੱਚੋਂ ਬਹੁਤ ਗਏ। ਮੈਂ ਆਪਣੇ ਪਰਿਵਾਰ ਦੀ ਜੇ ਗੱਲ ਕਰਾਂ, ਮੇਰੇ ਪਰਿਵਾਰ 'ਚੋਂ, ਮੇਰੇ ਸਾਰੇ ਰਿਸ਼ਤੇਦਾਰਾਂ 'ਚੋਂ ਘੱਟੋ ਘੱਟ 100 ਬੰਦਾ ਹੋਣਾ, ਜਿਨ੍ਹਾਂ ਦੇ ਵਿੱਚੋਂ 20 ਪਰਿਵਾਰ ਸਮੇਤ ਉੱਥੇ ਰਹਿ ਰਹੇ ਨੇ ਦਹਾਕਿਆਂ ਤੋਂ। ਕਿਉਂ ਨਹੀਂ ਗਿਆ ਕਾਲੀ? ਨਹੀਂ ਜਾਂਦਾ ਹੋਏ, ਮਤਲਬ ਲੜ ਵੀ ਸਕਦਾ ਮੈਂ, ਨਹੀਂ ਜਾਂਦਾ ਯਾਰ, ਮੇਰਾ ਮਨ ਨਹੀਂ ਮੰਨਿਆ। ਮੈਂ ਦੁਬਈ ਜਾਵਾਂਗਾ। ਮੌਜਾਂ ਕਰਨੀਆਂ ਨਾ, ਇੱਥੇ ਮੌਜਾਂ ਨੇ ਨਾ, ਉੱਥੇ ਕੰਮ ਕਰਨਾ ਪੈਣਾ ਤੈਨੂੰ। ਹੈ ਤੂੰ ਬਹੁਤ ਕਿਰਤ ਕਰ ਸਕਦਾ, ਹੱਥੀ ਨਹੀਂ ਕਰਨੀ। ਆਹੋ, ਨਹੀਂ, ਮੈਂ ਤਾਂ ਕਈ ਵਾਰੀ ਗਜਾ ਕਰਕੇ ਵੀ ਖਾ ਲੈਂਦਾ। ਮੇਰੀ ਬੇਟੀ ਨੂੰ 2.5 ਸਾਲ ਹੋ ਗਏ, ਚੀਜ਼ ਮੈਨੇਜਰ ਇਨ ਏ ਬਿਗ ਕੰਪਨੀ। ਉਹ 2.5 ਸਾਲ ਹੋ ਗਿਆ, ਉਹ ਦੁਬਈ ਹੈ। ਮਤਲਬ ਤੁਹਾਨੂੰ ਹਰ ਤੀਜੇ ਪਰਿਵਾਰ 'ਚੋਂ ਕੋਈ ਨਾ ਕੋਈ ਦੁਬਈ ਗਿਆ ਹੋਇਆ ਮਿਲ ਜਾਏਗਾ, ਮਸਕਟ ਗਿਆ ਹੋਇਆ, ਸਾਊਦੀ ਅਰਬੀਆ ਗਿਆ ਹੋਇਆ ਮਿਲ ਗਿਆ। ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਇਹ ਬਹੁਤ ਜਾਗਦੇ ਸਿਰਾਂ ਵਾਲੇ ਆ, ਚਿਮਟੇ ਖੜਕਾਉਣ ਵਾਲੇ ਆ, ਐ ਦੱਬਣ ਦੁੱਬਣ ਵਾਲੇ ਕੋਈ ਨਹੀਂ ਆ ਦੁਆਬੀਏ। ਤੇ ਮੈਂ ਜਿਹੜੀ ਗੱਲ ਕਰ ਰਿਹਾ, ਇਹ ਮੈਂ ਗੱਲ ਕਰ ਰਿਹਾ, ਤਾਂ ਮੈਂ ਜਿਹੜੀ ਗੱਲ ਕਰ ਰਿਹਾਗਾ, ਮੈਂ ਕਰ ਰਿਹਾਗਾ ਕਿ ਇਹ ਜਿਹੜੀ ਲਹਿਰ ਸੀਗੀ, ਇਹ ਲਹਿਰ ਮਤਲਬ ਤੁਹਾਨੂੰ ਇਹ ਸਟੈਗਨੇਟ ਹੋ ਗਈ, ਖੜੋਤ 'ਚ ਆ ਗਈ, ਇੱਕ ਥਾਂ ਤੇ ਰੁਕੀ ਹੋਈ ਆ। ਮਤਲਬ ਡਾਕਟਰ ਅੰਬੇਦਕਰ ਜਿਹੜੀਆਂ ਗੱਲਾਂ ਕਹਿ ਰਹੇ ਨੇ ਇੰਨੇ ਸਾਲ ਪਹਿਲਾਂ, ਇਹਦੀ ਐਕਸਪੈਂਸ਼ਨ ਉਵੇਂ ਤਾਂ ਦਿਖਦੀ ਨਹੀਂ। ਇਹਦਾ ਫਲਾਅ ਉਸ ਤਰ੍ਹਾਂ ਦਾ ਤਾਂ ਨਹੀਂ ਹੈਗਾ। ਨਹੀਂ, ਅਜਿਹਾ ਨਹੀਂ ਹੈਗਾ। ਦਲਿਤ ਸਮਾਜ 'ਚ ਹੀ ਨਹੀਂ ਉਸ ਤਰ੍ਹਾਂ ਦਾ। 1956 'ਚ ਕਹਿ ਰਹੇ ਨੇ, 22 ਪ੍ਰਤਿਗਿਆਵਾਂ ਕਰਾ ਰਹੇ ਨੇ, ਕਿੱਥੇ ਅਸੀਂ ਵੀ ਤਾਂ ਦੇਖਦੀਆਂ ਚੀਜ਼ਾਂ ਐਜ਼ ਏ ਜਰਨਲਿਸਟ। ਸਰ ਦੇਖੋ, ਪਹਿਲੀ ਤਾਂ ਗੱਲ ਆ, ਬੁੱਧਿਜ਼ਮ ਨੂੰ ਅਪਣਾਉਣਾ ਇੰਨਾ ਆਸਾਨ ਨਹੀਂ ਹੈਗਾ। ਡਾਕਟਰ ਅੰਬੇਦਕਰ ਨੂੰ ਵੀ ਅਪਣਾਉਣਾ
ਨਹੀਂ, ਅੰਬੇਡਕਰ ਵੀ ਜਿਹੜਾ ਹੈਗਾ ਨਾ, ਅੰਬੇਡਕਰ ਬੁੱਧਿਜ਼ਮ ਕੋਈ ਵੱਖਰਾ ਨਹੀਂ ਹੈਗਾ ਆਪਾਂ ਕਹਿ ਸਕਦੇ। ਦੇਖੋ ਜਦੋਂ ਬਾਬਾ ਸਾਹਿਬ ਅੰਬੇਡਕਰ ਦੇ ਰਾਸਤੇ 'ਤੇ ਚੱਲਣਾ ਜਾਂ ਬੁੱਧ ਦੇ ਰਾਸਤੇ 'ਤੇ ਚੱਲਣਾ, ਤੁਹਾਨੂੰ ਸਾਰੇ ਅੰਧ ਵਿਸ਼ਵਾਸ ਤਿਆਗਣੇ ਪੈਂਦੇ ਆ। ਤੁਹਾਨੂੰ ਆਤਮਾ ਪਰਮਾਤਮਾ ਤੋਂ ਪਰੇ ਉੱਠ ਕੇ ਆਪਣੇ ਆਪ ਦੇ ਬਾਰੇ ਸੋਚਣਾ ਪੈਂਦਾ ਕਿ ਵੀ ਮੈਂ ਹੀ ਇਨਸਾਨ ਦੀ ਜਿਹੜੀ ਮਿਹਨਤ ਆ ਉਹੀ ਸਾਰਾ ਕੁਝ ਕਰ ਸਕਦੀ ਆ। ਜੇ ਮੇਰੇ ਤੇ ਦੁੱਖ ਆਇਆ, ਤਕਲੀਫ ਆਈ, ਤੇ ਉਹਨੂੰ ਮੈਂ ਉਹ ਸਮੱਸਿਆ ਦਾ ਹੱਲ ਲੱਭਾਂ ਕੀ ਹੈਗਾ, ਉਹ ਸਮੱਸਿਆ ਦਾ ਸੋਲੂਸ਼ਨ ਤੁਸੀਂ ਉਸ ਤੁਸੀਂ ਆਸਤਿਕ ਹੋ ਨਾਸਤਿਕ ਹੋ? ਤੁਸੀਂ ਕਹਿ ਸਕਦੇ ਆ, ਨਾਸਤਿਕ ਕਹਿ ਸਕਦੇ ਤੁਸੀਂ ਵੀ ਨਾਸਤਿਕ ਹੋ? ਨਹੀਂ ਆਸਟਿਕ ਹੈਗੇ ਆ। ਤੇ ਇਹਦੇ ਵਿੱਚ ਇਹ ਮੈਂ ਤੁਹਾਨੂੰ ਦੱਸਣਾ, ਦੋਨਾਂ ਬੋਧੀਆਂ 'ਚ ਫਰਕ ਆ। ਦੇਖੋ ਆਸਤਿਕ ਆ ਤੁਸੀਂ, ਕਾਲੀ ਤੁਸੀਂ ਵੀ ਆਸਤਿਕ ਹੋ? ਮੈਂ ਤਾਂ ਪੂਰਾ ਐਨ ਪੂਰਾ ਆਸਤਿਕ। ਸੂਫੀਆਂ ਦੇ ਡੇਰਿਆਂ ਤੇ ਬਹਿ ਕੇ ਤੁਸੀਂ ਤੇ ਮੈਂ ਤਾਂ ਬਹੁਤ ਸਾਧੂਆਂ ਨਾਲ ਮੈਂ ਬਹੁਤ ਸੰਗਤ ਕੀਤੀ ਹੋਈ ਆ, ਔਰ ਮੈਨੂੰ ਮੈਂ ਇਮਾਨਦਾਰੀ ਨਾਲ ਕਹਿ ਦਿੰਦਾ ਹੁੰਦਾ ਸਾਰੀ ਗੱਲ, ਮੈਂ ਨਹੀਂ ਕਿਤੇ ਨਾਸਤਿਕ ਹੋਇਆ। ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਕੋਈ ਹੈ, ਕੋਈ ਐਸੀ ਸ਼ੈ ਜਿਹੜੀ ਤੁਹਾਨੂੰ, ਜੇ ਗੁਰੂ ਨਾਨਕ ਤੁਸੀਂ ਅੰਧ ਵਿਸ਼ਵਾਸੀ ਵੀ ਨਹੀਂ ਹੋ, ਤੁਸੀਂ ਅੰਧ ਵਿਸ਼ਵਾਸੀ ਵੀ ਨਹੀਂ ਹੋ, ਵਿਸ਼ਵਾਸ ਆ। ਸੁਣਿਓ, ਅੰਧ ਵਿਸ਼ਵਾਸੀ ਨਹੀਂ ਹਾਂ ਮੈਂ। ਜੇ ਗੁਰੂ ਨਾਨਕ ਇਹ ਕਹਿੰਦੇ ਨੇ ਕਿ ਸਹਿਸ ਸਿਆਣਪਾਂ ਲੱਖ ਹੋ ਤਾਂ ਇੱਕ ਨਾ ਚੱਲੇ ਨਾਲ, ਵੀ ਮੈਂ ਨਾਨਕ ਵੰਸ਼ੀ ਆ। ਮੈਂ ਤਾਂ ਇਹ ਕਹਿੰਦਾ ਵੀ ਤੁਹਾਡੀਆਂ ਸਿਆਣਪਾਂ ਨਹੀਂ ਨਾਲ ਚੱਲਦੀਆਂ, ਜੇ ਕਿਤੇ ਉੱਪਰ ਲੈਵਲ ਆ। ਕੋਈ ਸਿਆਣਪ ਨਹੀਂ ਚੱਲਦੀ ਹੈ। ਮੇਰੀ ਤਾਂ ਨਹੀਂ ਚੱਲੀ ਅੱਜ ਤੱਕ, ਜੇ ਚੱਲਦੀ ਹੁੰਦੀ ਤਾਂ ਮੈਂ ਯਾਦਵਿੰਦਰ ਕਰਫਿਊ ਹੋਣਾ ਸੀ। ਨਹੀਂ ਕਿਉਂ, ਦੱਸੋ ਇਹ ਗੱਲ। ਮੈਂ ਥੋੜਾ ਐਕਸਪੈਂਸ਼ਨ ਬਾਰੇ ਮੈਂ ਪੁੱਛ ਰਿਹਾ ਸੀਗਾ, ਕਿਉਂ ਨਹੀਂ ਹੋਇਆ ਫਿਰ ਉਹ ਫਲਾ ਜੋ ਓਬਵੀਅਸਲੀ ਹੈ ਇੱਕ ਮੂਵਮੈਂਟ ਦਾ। ਜਿਵੇਂ ਹੁੰਦਾ, ਜਿਵੇਂ ਮੰਨ ਲਓ ਮੈਂ ਐਗਜ਼ਾਮਪਲ ਲਈ ਕਹਿ ਦਿੰਦਾ, 1925 ਚ ਆਰਐਸਐਸ ਬਣਦੀ ਹੈ। ਆਰਐਸਐਸ ਦੀ ਐਕਸਪੈਂਸ਼ਨ ਦੇਸ਼ 'ਚ ਕਿਸ ਤਰੀਕੇ ਨਾਲ ਹੋਈ ਹੈਗੀ? ਕੀ ਅੰਬੇਦਕਰ ਮਿਸ਼ਨ ਦੀ, ਬੁੱਧ ਦੀ, ਡਾਕਟਰ ਦੇ ਅਪਣਾਉਣ ਤੋਂ ਬਾਅਦ ਧਰਮ ਹੋਇਆ ਹੈ? ਸਰ ਬਿਲਕੁਲ ਹੋਇਆ ਆ। ਤੁਸੀਂ ਦੇਖੋਗੇ ਜਦੋਂ ਮੈਂ ਤੁਹਾਨੂੰ ਪੰਜਾਬ ਦੇ ਵਿੱਚ ਦਬਾਬੇ ਦੀ ਗੱਲ ਕਹਿ ਰਿਹਾ ਆ ਕਿ ਮਾਲਵੇ 'ਚ ਤਾਂ ਨਹੀਂ ਹੋਇਆ। ਮੈਂ ਮਾਲਵੇ ਦਾ ਤਾਂ ਗਵਾਹ ਖੜਾ ਤੁਹਾਡੇ ਕੋਲੇ। ਦੇਖੋ ਮੈਂ ਉਹੀ ਤੋਂ ਤੁਹਾਨੂੰ, ਜ਼ਿਆਦਾ ਜ਼ਿਲ੍ਹੇ ਮਾਲਵੇ 'ਚ ਨੇ, 13-14 ਜ਼ਿਲ੍ਹੇ ਨੇ। ਸਰ ਮਾਲਵੇ 'ਚ ਆਰਐਸਐਸ ਵੀ ਨਹੀਂ ਹੋਣੀ ਫਿਰ। ਹੈਗੀ ਹੈ, ਸ਼ਹਿਰਾਂ 'ਚ ਹੈਗੀ ਹੈ। ਨਹੀਂ ਅਜੇ ਹੈਗੀ ਹੈ ਮਾਲਵੇ 'ਚ ਆਰਐਸਐਸ। ਕਿਤੇ ਕਿਤੇ ਤੁਹਾਨੂੰ ਮਿਲ ਜਾਏਗਾ, ਜ਼ਰੂਰੀ ਨਹੀਂ ਹੁੰਦਾ ਹਰ ਜਗ੍ਹਾ ਹੀ ਹੋਵੇ ਜਾਂ ਕਿੱਦਾਂ। ਕਿਉਂਕਿ ਜਿਹੋ ਜਿਹਾ ਦੇਖੋ ਪੰਜਾਬ ਆ, ਪੰਜਾਬ ਦੇ ਵਿੱਚ ਤੁਹਾਨੂੰ ਛੂਆ-ਛਾਤ ਨਹੀਂ ਮਿਲਣੀ, ਪੰਜਾਬ ਤੋਂ ਬਾਹਰ ਤੁਹਾਨੂੰ ਛੂਆ-ਛਾਤ ਵੀ ਮਿਲੇਗੀ। ਠੀਕ ਹੈ, ਜੇ ਕਰੀਏ ਆਪਾਂ ਬਾਬਾ ਨਾਨਕ ਸਿਰਫ ਇੱਥੇ ਹੀ ਪੈਦਾ ਹੋਇਆ, ਉਹ ਬਾਹਰ ਵੀ ਗਿਆ, ਹੋਰ ਸੂਬਿਆਂ 'ਚ ਵੀ ਗਿਆ, ਲੇਕਿਨ ਉਧਰ ਛੂਆ-ਛਾਤ ਹੈਗੀ ਆ, ਇੱਧਰ ਹੈ ਨਹੀਂ ਗੀ। ਇਸ ਕਰਕੇ ਦੇਖੋ ਜਿਹੜਾ ਅੰਬੇਡਕਰ ਮਿਸ਼ਨ ਹੈ ਉਹ ਅੱਗੇ ਨਾਲੋਂ ਵੱਧ ਕੇ ਫੈਲਿਆ ਆ। ਜਦੋਂ ਆਪਾਂ ਹੁਣ ਇੱਥੇ ਦਬਾਬੇ ਮਨ ਨੂੰ ਤਸੱਲੀ ਦੇਣ ਲਈ ਤਾਂ ਨਹੀਂ ਕਹਿ ਰਹੇ ਇਹ, ਕਿਉਂਕਿ ਹਰ ਵਿਚਾਰਧਾਰਾ ਦੇ ਬੰਦੇ ਨੂੰ ਹੁੰਦਾ ਵੀ ਨਹੀਂ ਬਈ ਸਾਡੀ ਤਾਂ ਵੱਧ ਰਹੀ ਹੈ। ਕਾਮਰੇਡਾਂ ਦਾ ਜਿੰਨਾ ਮਰਜ਼ੀ ਡਿਕਲਾਈਨ ਹੋਣ, ਉਹਨਾਂ ਤੋਂ ਪੁੱਛੋ ਵੀ ਤੁਹਾਡਾ, ਉਹ ਕਹਿੰਦੇ ਸਾਡਾ ਤਾਂ ਬਹੁਤ ਚੜਾਈ ਹੈਗੀ। ਅਜਿਹਾ ਨਹੀਂ, ਤੁਸੀਂ ਸਰ ਇੱਥੇ ਜਾਓ ਲੁਧਿਆਣੇ ਤੋਂ ਇੱਕ ਤਕਰੀਬਨ ਕਰੋੜਾਂ ਰੁਪਏ ਦੀ ਲਾਗਤ ਨਾਲ ਬੁੱਧ ਵਿਹਾਰ ਬਣਿਆ ਆ, ਤਖਸ਼ਲਾ ਬੁੱਧ ਵਿਹਾਰ ਉਹਨੂੰ ਕਹਿੰਦੇ ਆ। ਬਲਾਕੀਪੁਰ ਦੇ ਵਿੱਚ ਜਾਓ, ਉੱਥੇ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਰਿਸੋਰਸ ਸੈਂਟਰ ਬਣਿਆ ਆ। ਇਸੇ ਤਰ੍ਹਾਂ ਪੀਸ ਪਗੋਡਾ ਬਣਿਆ ਆ। ਹਰੇਕ ਜਗ੍ਹਾ ਜਿੱਥੇ ਬੁੱਧ ਵਿਹਾਰ ਹੈਗੇ ਉਹ ਪ੍ਰਚਾਰ ਪ੍ਰਸਾਰ ਹੌਲੀ ਹੌਲੀ ਕੰਟੀਨਿਊ ਚੱਲ ਰਿਹਾ ਆ। ਲੇਕਿਨ ਗੱਲ ਇਹ ਹੈ ਨਾ ਕਿ ਵੀ ਜਿੱਥੇ ਹੋਰ ਵੀ ਦੂਸਰੇ ਵੀ ਪ੍ਰਚਾਰਕ ਆਪਣੇ ਆਪਣੇ ਲੱਗੇ ਪਏ ਆ ਕਰਨੇ ਦੇ ਵਿੱਚ, ਇਸ ਮੁਤਾਬਕ ਜਿਹੜਾ ਹੈਗਾ ਲੋਕ ਅੰਬੇਡਕਰ ਮਿਸ਼ਨ ਜਾਂ ਬੁੱਧਿਜ਼ਮ ਕਹਿ ਲਓ, ਸਾਰਿਆਂ ਨੂੰ ਪਹਿਲਾਂ ਗਿਆਨਵਾਨ ਬਣਾਉਂਦਾ, ਫਿਰ ਉਹ ਬੰਦੇ ਉਧਰ ਨੂੰ ਉਸ ਮੁਤਾਬਕ ਫੋਲੋ ਕਰਦਾ। ਸਿਰਫ ਭੇਡ ਚਾਲ ਦੇ ਤੌਰ ਤੇ ਆਪਾਂ ਮਗਰ ਨਹੀਂ ਲਗਵਾ ਰਹੇ। ਇਸ ਕਰਕੇ ਤੁਹਾਨੂੰ ਸ਼ਾਇਦ ਕਿਤਾਬ ਆ, ਮੈਂ ਨਾ ਭੁੱਲ ਰਿਹਾ, ਜੀ ਚੋਂ ਕੋਈ ਸਾਊਥ ਦੇ ਰਾਈਟਰ ਨੇ ਜਿਹੜੇ ਕਹਿੰਦੇ ਆ ਨਾ ਬੁੱਧ ਹੱਲ ਹੈ ਦਲਿਤਾਂ ਦੇ ਮਸਲੇ। ਹਾਂ, ਰੰਗਾ ਨਾਇਕ ਮੈਂ ਕਹਿੰਦੇ ਆ ਮਾਰਕਸਵਾਦ ਹੀ ਹੱਲ ਹੈ ਔਰ ਬੁੱਧ ਹੱਲ ਨਹੀਂ ਹੈਗਾ। ਔਰ ਡਾਕਟਰ ਅੰਬੇਦਕਰ ਤੇ ਜਦੋਂ ਅਰੰਧਤੀ ਨੇ ਵੀ ਹੁਣ ਫਾਰਵਰਡ ਲਿਖਿਆ, ਐਨਹੀਲੇਸ਼ਨ ਆਫ ਕਾਸਟ ਦੁਬਾਰਾ ਪਬਲਿਸ਼ ਕੀਤੀ, ਉਹ 'ਚੋਂ ਕਹਿੰਦੀ ਹੈ ਕਿ ਲੈਫਟ ਦਾ ਤਾਂ ਬਹੁਤ ਮਾੜਾ ਰੋਲ ਰਿਹਾ ਹੈਗਾ ਕਾਮਰੇਡਾਂ ਦਾ ਡਾਕਟਰ ਅੰਬੇਦਕਰ ਨੂੰ ਦੇਖਣ ਦੇ ਅੰਦਰ ਉਸ ਦੌਰ 'ਚ। ਉਹ ਫਿਰ ਵੀ ਇੱਕ ਥਾਟ ਆ ਇਹ ਕਿ ਹੱਲ ਆ ਜੇ ਦਲਿਤਾਂ ਦਾ, ਜਾਂ ਮੁਕਤੀ ਹੈ ਜੇ ਕਿਤੇ, ਚਾਹੇ ਦਲਿਤਾਂ ਦੀ ਹੈ, ਚਾਹੇ ਗਰੀਬਾਂ ਦੀ ਹੈ, ਚਾਹੇ ਬਿਲਕੁਲ ਮਾਰਜਨਲ ਸੈਕਸ਼ਨ ਦੇ, ਉਹ ਮਾਰਕਸਵਾਦ ਦੇ ਅੰਦਰ ਹੈਗੀ। ਤੁਸੀਂ ਕਿਵੇਂ ਇੱਥੇ ਕੀ ਇਹ ਫਿਰ ਜਿਵੇਂ ਤੁਸੀਂ ਕਹਿੰਦੇ ਇੱਥੇ ਮਤਲਬ ਖੜੇ ਨੇ ਦੁਆਬੇ ਦੇ ਅੰਦਰ ਤੇ ਦਲਿਤ, ਹੈ ਨਾ, ਮਾਲਵੇ ਦੇ ਅੰਦਰ ਦਲਿਤ ਲੈਫਟ ਨਾਲ ਵੀ ਖੜੇ ਨੇਗੇ, ਇੱਥੇ ਵੀ ਲੈਫਟ ਨਾਲ ਹੋਣਗੇ। ਜਿਹੜਾ ਨਾ ਰੰਗਾ ਨਾਇਕਮਾ ਵਾਲਾ ਉਹ ਕੰਟਰੋਵਰਸ਼ੀਅਲ ਆ, ਐਵੇਂ ਫਜ਼ੂਲ ਕਿਸਮ ਦਾ, ਉਹਦੀ ਕੋਈ ਲੌਜਿਕ ਨਹੀਂ ਆ ਉਹਦੇ ਵਿੱਚ, ਹੈ ਨਾ। ਤੁਸੀਂ ਬੁੱਧ ਨੂੰ ਇਸ ਤਰੀਕੇ ਨਹੀਂ ਦੇਖ ਸਕਦੇ, ਮਾਰਕਸ ਨੂੰ ਇਸ ਤਰੀਕੇ ਨਹੀਂ ਦੇਖ ਸਕਦੇ। ਤੁਸੀਂ ਬਾਬਾ ਸਾਹਿਬ ਜਿਹੜਾ ਆ ਫਰੈਂਚ ਰੈਵੋਲੂਸ਼ਨ ਤੋਂ ਸਮਾਨਤਾ ਤੇ ਉਹ ਸਾਰੇ ਦੀ ਸਾਰੀ ਬਰਾਬਰੀ ਭਾਈਚਾਰੇ ਦੀ ਗੱਲ ਲੈਂਦੇ ਨੇ, ਫਰੈਂਚ ਰੈਵੋਲੂਸ਼ਨ ਤੋਂ, ਹੈ ਨਾ। ਮਾਰਕਸ ਕਿੱਥੋਂ ਪ੍ਰੇਰਿਤ ਹੋ ਰਿਹਾ ਸੀਗਾ? ਫਰੈਂਚ ਰੈਵੋਲੂਸ਼ਨ ਤੋਂ ਹੋ ਰਿਹਾ ਸੀਗਾ। ਬਾਬਾ ਸਾਹਿਬ ਵਰਸਿਸ ਮਾਰਕਸ ਹੋਇਆ ਕਦੋਂ ਆ? ਕਿਤੇ ਵੀ ਨਹੀਂ ਹੋਇਆ। ਉਹਨਾਂ ਨੇ ਤਾਂ ਮਜ਼ਦੂਰ ਪਾਰਟੀ ਬਣਾ ਲਈ ਆਪਣੀ, ਹੈ ਨਾ। 19 ਸ਼ਡਿਊਲ ਕਾਸਟ ਫੈਡਰੇਸ਼ਨ ਭੰਗ ਕਰਤੀ, ਭੰਗ ਕਰਕੇ ਮਜ਼ਦੂਰ ਲੇਬਰ ਪਾਰਟੀ ਬਣਾਈ ਉਹਨਾਂ ਨੇ, ਲੇਬਰ ਪਾਰਟੀ ਯਾਨੀ ਸ਼ਡਿਊਲਡ ਕਾਸਟ। ਉਹ ਕਹਿੰਦੇ ਨਹੀਂ ਯਾਰ ਇਹ ਸੰਕੀਰਣ ਹੋ ਗਿਆ। ਉਹ ਤਾਂ ਐਸੇ ਵਿਦਵਾਨ ਜਿਹੜੇ ਆਪਣੇ ਆਪ ਨੂੰ ਭੰਨਦੇ ਸੀਗੇ, ਆਪਣੇ ਥੋਟ ਨੂੰ ਭੰਨ ਦਿੰਦੇ ਸੀਗੇ, ਹੈ ਨਾ। ਤੁਸੀਂ ਦੇਖੋ ਐਨੀਲੇਸ਼ਨ ਆਫ ਕਾਸਟ ਜਿਹੜੀ ਅਰੁੰਧਤੀ ਰਾਏ ਦੀ 100 ਪੰਨਿਆਂ ਦਾ ਉਹ ਤੁਹਾਨੂੰ ਸਾਰਾ ਹੀ ਦੱਸ ਦੇਗੀ। ਯੂ ਲਵ, ਤੁਸੀਂ ਪਿਆਰ ਕਰ ਸਕਦੇ ਅੰਬੇਡਕਰ ਨੂੰ,
ਤੁਸੀਂ ਨਫ਼ਰਤ ਕਰ ਸਕਦੇ ਅੰਬੇਡਕਰ ਨੂੰ, ਤੁਸੀਂ ਇਗਨੋਰ ਨਹੀਂ ਕਰ ਸਕਦੇ, ਇੰਡੀਅਨ ਸੋਸਾਇਟੀ 'ਚ ਖਾਸ ਕਰਕੇ। ਕੀ ਲੱਗਦਾਗਾ ਇਹ ਜਿਹੜੀ ਜੁੜੀ ਹੋਈ ਗੱਲ ਆ ਗਈ, ਤੁਸੀਂ ਹੁਣ ਇੱਕ ਯੂਥ ਦੇ ਤੌਰ ਤੇ ਡਾਕਟਰ ਅੰਬੇਦਕਰ ਸੀ ਕਿ ਬੁੱਧ ਵੀ ਤੇ ਡਾਕਟਰ ਅੰਬੇਦਕਰ ਇੱਕ ਨੇ, ਤਾਂ ਬੁੱਧ ਧਰਮ ਤੇ ਡਾਕਟਰ ਅੰਬੇਦਕਰ ਇਹਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਕੀ ਤੁਸੀਂ ਪੰਜਾਬ 'ਚ ਦੇਖਦੇ ਹੋਗੇ ਕਿ ਪੰਜਾਬ 'ਚ ਇਹਦਾ ਕੀ ਸਕੋਪ ਆਗਾ ਆਉਣ ਵਾਲੇ ਦਿਨਾਂ 'ਚ ਇਸ ਪੂਰੇ ਵਿਚਾਰ ਦਾ? ਦੇਖੋ ਜਿਹੜਾ ਗੱਲ ਇਹ ਕਲੀਅਰ ਹੀ ਹੈ ਕਿ ਵੀ ਬੁੱਧਿਜ਼ਮ ਜਿਹੜਾ ਹੈਗਾ ਆ ਬਾਬਾ ਸਾਹਿਬ ਨੇ ਜੋ ਅਪਣਾਇਆ, ਦੋਨੇ ਹੀ ਇੱਕੋ ਹੀ ਗੱਲ ਹੈ, ਆਪਾਂ ਕਹਿ ਸਕਦੇ ਆ, ਇਹ ਤੋਂ ਅਲੱਗ ਤਾਂ ਹੈ ਨਹੀਂ ਗੇ। ਬਾਬਾ ਸਾਹਿਬ ਦਾ ਵੀ ਮਾਰਗ ਉਹ ਹੀ ਰਿਹਾ ਆ। ਬਾਕੀ ਪੰਜਾਬ ਦੇ ਵਿੱਚ ਕੁਝ ਰਿਜ਼ਲਟ ਆ ਵੀ ਰਹੇ, ਅਸਲ ਵਿੱਚ ਜਿਹੜੀਆਂ ਕੁਝ ਇਕਨੋਮਿਕਲੀ ਸੀਐਮ ਚੰਨੀ ਦਾ ਸੀਐਮ ਬਣਨਾ ਤੁਸੀਂ ਕਿਵੇਂ ਦੇਖਦੇ ਹੋਗੇ? ਉਹ ਕੋਈ ਹੈ ਰਿਫਲੈਕਸ਼ਨ ਹੈ ਇਹਨਾਂ ਸਾਰੀਆਂ ਗੱਲਾਂ ਦੀ? ਨਹੀਂ, ਉਹ ਤਾਂ ਸ਼ਾਇਦ ਇੱਕ ਪੋਲੀਟੀਕਲ ਸਟੰਟ ਹੀ ਹੈ, ਕਿਉਂਕਿ ਪਿਛਲੇ ਸਮੇਂ ਤੋਂ ਕੁਝ ਗਰਾਊਂਡ ਇਸ ਤਰ੍ਹਾਂ ਦੀ ਰਹੀ ਸੀ ਕਾਂਗਰਸ ਦੀ, ਤੇ ਉਹ ਆਪਣਾ ਪੁਰਾਣਾ ਜੋ ਸੀ ਖਿਲਾਰਿਆ ਉਹਨੂੰ ਧੋਣਾ ਵੀ ਚਾਹੁੰਦੇ ਸੀਗੇ, ਇਸ ਕਰਕੇ। ਪ੍ਰਾਈਡ ਹੋਇਆ, ਕਮਿਊਨਿਟੀ ਨੂੰ ਪ੍ਰਾਈਡ ਹੋਇਆ ਇਸ ਗੱਲ ਦੇ ਉੱਤੇ ਸੀਐਮ ਚੰਨੀ ਦਾ ਸੀਐਮ ਬਣਨਾ? ਚਲੋ ਇੱਕ ਗੱਲ ਤਾਂ ਥੋੜਾ ਇਹ ਕਲੀਅਰ ਹੈਗਾ, ਪ੍ਰਾਊਡ ਤਾਂ ਨਹੀਂ ਕਹਿ ਸਕਦੇ, ਲੇਕਿਨ ਇੱਕ ਗੱਲ ਤਾਂ ਹੈਗੀ ਕਿ ਵੀ ਜਦੋਂ ਪ੍ਰਾਊਡ ਨਹੀਂ, ਪ੍ਰਾਈਡ ਹੁੰਦਾ ਵੀ ਮਾਣ ਹੋਣਾ ਵੀ ਯਾਰ ਸਾਡੇ ਚੋਂ ਕੋਈ ਬੰਦਾ ਬਣਿਆ ਹੈਗਾ। ਨਹੀਂ, ਉਹ ਕਿਸੇ ਹੋਰ ਕਮਿਊਨਿਟੀ ਨੂੰ ਵੀ ਲੱਗ ਸਕਦਾ, ਜੱਟਾਂ ਨੂੰ ਲੱਗ ਸਕਦਾ, ਹਿੰਦੂਆਂ ਨੂੰ ਲੱਗ ਸਕਦਾ, ਬ੍ਰਾਹਮਣਾਂ ਨੂੰ ਲੱਗ ਸਕਦਾ। ਦੇਖੋ ਮੈਂ ਉਹੀ ਗੱਲ ਕਹਿ ਰਿਹਾ ਨਾ, ਜਿਹੜਾ ਕੋਈ ਇੱਕ ਤਰ੍ਹਾਂ ਦਾ ਇਹਨੂੰ ਐਕਸੀਡੈਂਟਲ ਆਪਾਂ ਕਹਿ ਸਕਦੇ ਆ, ਐਕਸੀਡੈਂਟਲ ਦੇ ਉੱਤੇ ਜਨਰਲ ਸੀਐਮ ਹੈ, ਕਰ ਨਹੀਂ ਸਕਦੇ ਆਪਾਂ ਇੰਨਾ, ਠੀਕ ਹੈ ਨਾ। ਬਾਕੀ ਐਸਪੀ ਚੋਂਗੇ? ਨਹੀਂ, ਫਿਲਹਾਲ ਮੈਂ ਨਾਨ ਪੋਲੀਟੀਕਲ ਹੀ, ਤੁਸੀਂ ਮੈਨੂੰ ਸਮਝ ਸਕਦੇ, ਮੈਂ ਕਿਸੇ ਪੋਲੀਟੀਕਲ ਦੇ ਨਾਲ ਪਾਰਟੀ ਦੇ ਵਿੱਚ। ਇਹ ਗੱਲ ਸਹਿਮਤ ਹੋ ਤੁਸੀਂ? ਇਹ ਤਾਂ ਪੋਲੀਟੀਕਲ ਲਾਈਨ ਲੈ ਕੇ ਜਿਵੇਂ ਤੁਸੀਂ ਹੋਰ ਵਿਚਾਰ ਦੇ ਰਹੇ ਸੀਗੇ, ਪਿਛਲੀ ਇੱਕ ਥਾਂ ਤੇ ਆਪਾਂ ਗੱਲ ਕਰੀ ਸੀ। ਨਹੀਂ, ਮੈਂ ਕੋਈ ਪ੍ਰਾਈਡ ਪ੍ਰੂਡ ਨਹੀਂ, ਐਕਸੀਡੈਂਟਲ ਸੀਐਮ ਆਏ। ਆਪਣਾ ਵਰਿੰਦਰ ਹੋਰਾਂ ਦਾ ਆਪਣਾ ਮੰਨਣਾ ਹੈ, ਆਪਣਾ ਸਟੱਡੀ ਹੈ ਇਹਨਾਂ ਦੀ, ਇਹ ਵੀ ਜਾਂਦੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ। ਮੈਂ ਪੱਤਰਕਾਰ ਦੇ ਤੌਰ ਤੇ ਵਿਚਰਦਾ ਆ, ਹੈ ਨਾ। ਮੈਂ ਤਾਂ ਕਿਸੇ ਪਾਰਟੀ ਵੱਲੋਂ ਸੋਚਣਾ ਹੀ ਨਹੀਂ ਆ, ਬਟ ਲੋਕਾਂ ਨੇ ਪ੍ਰਾਈਡ ਫੀਲ ਕੀਤਾ, ਲੋਕਾਂ ਨੂੰ ਲੱਗਾ ਕਿ ਹਾਂ ਯਾਰ ਕੁਛ ਨਵਾਂ ਹੋਇਆ ਹੈ, ਔਰ ਸਾਡੇ ਲਈ ਹੋਇਆ, ਸਾਡੇ ਚੋਂ ਹੋਇਆ ਹੈ, ਔਰ ਲੋਕਾਂ ਨੇ ਇਹਨੂੰ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਸਹੀ ਕੀਤਾ ਹੋਣਾ। ਕੀਤਾ ਹੋਣਾ ਨਹੀਂ ਕੀਤਾ ਹੈਗਾ ਯਾਰ, ਤੂੰ ਅਵੇਅਰ ਇੱਕ ਅੰਬੇਡਕਰੀ ਬੰਦਾ ਹੈਗਾ, ਇਹਦਾ ਕੋਈ ਪਿੰਡ ਦੀ ਸੱਚ ਬੰਦਾ ਬੈਠਾ ਕਹਿ ਸਕਦਾ ਹੋਇਆ ਹੋਣਾਗਾ ਹੈ? ਕੀਤਾ, ਲੋਕਾਂ ਨੇ ਪਸੰਦ ਕੀਤਾ ਹੈਗਾ ਉਹਨਾਂ ਨੂੰ, ਕਿਹੜੇ ਆਪਣੇ ਸਮਾਜ ਦਾ, ਕੋਈ ਵੀ ਕਿਸੇ ਵੀ ਸਮਾਜ 'ਚ ਹੁੰਦਾ, ਚਾਹੇ ਕਿਸੇ ਦਾ ਵੀ ਹੁੰਦਾ, ਉਹਨਾਂ ਦਾ ਜੇ ਸਮਾਜ ਦਾ ਕੋਈ ਬੰਦਾ ਹੋਵੇ ਤਰੱਕੀ ਤੇ ਵਧੇ ਅੱਗੇ, ਉਹਨੂੰ ਫਾਇਦਾ ਹੁੰਦਾ ਔਰ ਉਹ ਮਾਣ ਕਰਦਾ ਮਹਿਸੂਸ। ਚਲੋ ਹਮਾਰੇ ਹਾਂਜੀ ਕੀ ਲੱਗਦਾ ਹੈਗਾ ਮਿਸ਼ਨ ਪਰ ਇਹਨਾਂ ਕੋਈ ਫਰਕ ਪਿਆ ਹੈਗਾ? ਮੈਂ ਇਹੀ ਗੱਲ ਇਹਨਾਂ ਵਾਲੀ ਗੱਲ ਤੇ ਵੀ ਆ ਜਾਂਦੇ ਆ, ਇਹਨੂੰ ਉਲਟੇ ਪਾਸਿਓਂ ਚੱਕ ਲੈਂਦੇ ਆ ਹੁਣ ਵੀ ਸੀਐਮ ਬਣ ਗਏ, ਦਲਿਤਾਂ 'ਚੋਂ ਸੀਐਮ ਬਣ ਗਿਆ, ਕੀ ਕੋਈ ਫਰਕ ਪਿਆ ਦਲਿਤਾਂ 'ਤੇ? ਕੋਈ ਫਰਕ ਪਿਆ? ਕੋਈ ਮਿਸ਼ਨ ਨੂੰ ਲੈ ਕੇ ਕੋਈ ਗੱਲ ਹੋਈ, ਕੋਈ ਦਲਿਤਾਂ ਦੀ ਗੱਲ ਹੋਈ? ਨਹੀਂ, ਫਿਲਹਾਲ ਹਜੇ ਤੱਕ ਤਾਂ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ, ਉਹਨਾਂ ਕੋਲ ਟਾਈਮ ਵੀ ਥੋੜਾ ਸੀ, ਅੱਗੇ ਦੇਖੋ ਸ਼ਾਇਦ ਹੁਣ। ਤੁਹਾਨੂੰ ਕਦੇ ਆਇਆ ਵੀ ਭਾਈ ਬਹੁਤ ਬਿਹਾਰ ਦੇ ਲਈ ਕੁਝ ਚਾਹੀਦਾ ਕਦੇ ਕਿਸੇ ਵੀ ਮਸਲੇ 'ਚ ਮਦਦ, ਤੁਹਾਡੇ ਮਿਸ਼ਨ ਨੂੰ ਕੋਈ ਮਦਦ? ਨਹੀਂ, ਇੱਦਾਂ ਕੋਈ ਨਹੀਂ ਆਇਆ ਸਾਡੇ ਹਜੇ ਮਨ ਦੇ ਵਿੱਚ। ਕੁਝ ਜਗ੍ਹਾ ਦੇ ਉੱਤੇ ਕੀਤਾ ਵੀ ਉਹਦਾ, ਜਿੱਦਾਂ ਪੀਟੀਯੂ ਦੇ ਵਿੱਚ ਉਹਨਾਂ ਨੇ ਇੱਕ ਅੰਬੇਡਕਰ ਮਿਊਜ਼ੀਅਮ ਦਾ ਵੀ ਉਦਘਾਟਨ ਪਿੱਛੇ ਜੇ ਕਰਕੇ ਗਏ ਆ। ਇਸੇ ਤਰ੍ਹਾਂ ਲੁਧਿਆਣੇ ਅੰਬੇਡਕਰ ਭਵਨ ਆ, ਉਹਨੂੰ ਵੀ ਤਕਰੀਬਨ 4 ਕਰੋੜ ਦੇ ਕਰੀਬ ਦੇ ਕੇ ਗਏ ਆ। ਹੋਰ ਵੀ ਕਈ ਜਗ੍ਹਾ ਤੇ ਹੋਏਗਾ, ਸ਼ਾਇਦ ਮੇਰੇ ਨੋਟਿਸ 'ਚ ਨਹੀਂ ਹੈਗਾ, ਲੇਕਿਨ ਅਗਲੀਆਂ ਜਿਹੜੀਆਂ ਕੋਈ ਸਕੀਮਾਂ ਫਿਲਹਾਲ ਉਹ ਹੁਣ ਬਾਅਦ ਦੀਆਂ ਰਹਿਣਗੀਆਂ, ਇਲੈਕਸ਼ਨ ਤੋਂ ਬਾਅਦ ਹੀ। ਆਪਣੇ ਇਹ ਜਲੰਧਰ ਦੀ ਦੁਆਬੇ ਦੀ ਧਰਤੀ ਦੇ ਉੱਤੇ ਅਮਰਿੰਦਰ ਨੂੰ ਹੁਣੇ ਚੇਤਾ ਆ ਜਾਏਗਾ, ਬੱਲਾਂ ਡੇਰੇ ਦੇ ਮੁੱਢ ਉਹਨਾਂ ਨੇ 100 ਏਕੜ ਜ਼ਮੀਨ ਲੈ ਕੇ ਦੇਣ ਦਾ 50 ਕਰੋੜ ਦਾ ਸੀਗਾ, 25 ਕਰੋੜ ਉਹ ਦੇ ਵੀ ਗਏ, ਜਿੱਥੇ ਰਿਸਰਚ ਸੈਂਟਰ ਬਣਨਾ ਸਤਿਗੁਰੂ ਰਵਿਦਾਸ ਧਾਮ ਨੂੰ ਵੀ ਦੇ ਗਿਆ ਜੀ ਇੱਥੇ ਬੂਟਾ ਮੰਡੀ, ਗੁਰੂ ਰਵਿਦਾਸ ਧਾਮ ਨੂੰ, ਹਾਂ ਇੱਥੇ ਵੀ ਦੇ ਕੇ ਗਏ ਨੇ। ਫਿਰ ਮਹਾਰਿਸ਼ੀ ਵਾਲਮੀਕ ਜੀ ਦੇ ਰਿਸਰਚ ਸੈਂਟਰ ਦੀ ਉਹਨਾਂ ਨੇ ਗੱਲ ਕੀਤੀ, ਉਹਨਾਂ ਨੂੰ ਵੀ ਪੈਸੇ ਦਿੱਤੇ ਨੇ। ਚੇਅਰਾਂ ਜਿਹੜੀਆਂ ਸੀਗੀਆਂ ਬੰਦ ਪਈਆਂ ਹੋਈਆਂ ਸੀਗੀਆਂ, ਚੇਅਰਾਂ ਜਿਹੜੀਆਂ ਸੀਗੀਆਂ ਦਲਿਤ ਰਹਿਬਰਾਂ ਦੇ ਨਾਂ ਦੇ ਉੱਤੇ, ਡਾਕਟਰ ਅੰਬੇਡਕਰ ਦੇ ਨਾਂ ਦੇ ਉੱਤੇ, ਉਹ ਰਿਵਾਈਵ ਕੀਤੀਆਂ ਨੇ ਉਹਨਾਂ ਨੇ, ਦੁਬਾਰਾ ਸ਼ੁਰੂ ਕਰਵਾ ਦਿੱਤੀਆਂ ਨੇ। ਸੋ ਕੰਟਰੀਬਿਊਸ਼ਨ ਤਾਂ ਹੈ, ਐਂ ਤਾਂ ਨਹੀਂ ਕਿਹਾ ਜਾ ਸਕਦਾ। ਤਾਂ ਅਸੀਂ ਦੁਆਬੇ 'ਚ ਹਾਂ ਤੇ ਅਸੀਂ ਫਰੋਲ ਰਹੇ ਸੀ ਪੰਜਾਬ ਦੀ ਰਾਜਨੀਤੀ ਦੇ, ਕਿਉਂਕਿ ਕੋਈ ਵੀ ਗੱਲ ਨਾਨ ਪੋਲੀਟੀਕਲ ਨਹੀਂ ਹੁੰਦੀ, ਬੰਦੇ ਦਾ ਹਰ ਐਕਟ ਪੋਲੀਟੀਕਲ ਹੁੰਦਾ। ਡਾਕਟਰ ਅੰਬੇਦਕਰ ਦਾ ਬੁੱਧ ਹੋਣਾ ਵੀ ਰਾਜਨੀਤਿਕ ਸੀਗਾ, ਗੈਰ ਰਾਜਨੀਤਿਕ ਨਹੀਂ ਸੀਗਾ। ਇਸੇ ਕਰਕੇ ਸ਼ਾਇਦ ਉਹਨਾਂ ਨੇ ਲਾਈਨ ਲਈ ਸੀ। ਤਾਂ ਇਸੇ ਕਰਕੇ ਅਸੀਂ ਇਲੈਕਸ਼ਨਾਂ ਦੇ ਦਿਨਾਂ 'ਚ, ਚੋਣਾਂ ਦੇ ਦਿਨਾਂ 'ਚ ਫਰੋਲ ਰਹੇ ਹਾਂ ਪੰਜਾਬ ਦੀ ਆਰਗੈਨਿਕ ਰਾਜਨੀਤੀ ਨੂੰ। ਆਰਗੈਨਿਕ ਪੰਜਾਬ ਕੀ ਹੈ? ਇਹ ਆਰਗੈਨਿਕ ਪੰਜਾਬ 'ਚ ਹੋਏ ਐਕਸਪੈਰੀਮੈਂਟ ਨੇ, ਜਿਨ੍ਹਾਂ ਬਾਰੇ ਵੱਖ-ਵੱਖ ਤਰ੍ਹਾਂ ਦੀ ਸਮਝ ਹੈ। ਦੇਖਦੇ ਹਾਂ ਇਹਨਾਂ ਘਟਨਾਵਾਂ ਦਾ ਅਸਰ ਅੱਗੇ ਪੰਜਾਬ ਦੀ ਰਾਜਨੀਤੀ ਤੇ ਕੀ ਰਹੇਗਾ।